खालसा कभी गुलाम नहीं हो सकता। खालसा हमेशा आज़ाद विचरदा है ते यही कुछ साडे शहीदां ने कीता। संत जरनैल सिंह जी 84 तो पहला एक गल कहिंदे रहे, जदों कोई पुछदा सी भी की तुसीं अपना देश मंगदे हो, कि तुसीं खालिस्तान मंगदे हो, ते संत जी उदों ये गल कहिंदे रहे कि असीं ना खालिस्तान लैण दे हक च ते ना विरोध च। कदी अबदाली वर्गे भी आए सी, दरबार साहिब ढाउण तो बाद कहिंदे समझौते कर लो, ते सिक्खां ने उदों यही जवाब दिता सी पहलां कर लैंदे ते हो सकदा कर लैंदे, पर मलबिਆਂ ते खड़के हुण समझौते नहीं कीते जा सकदे। ਜਿਹੜੇ ਲੋਕ ਆਪਣੇ ਆਪ ਨੂੰ ਸੱਤਵਾਦੀ ਦੱਸਦੇ ਨੇ ਉਹ ਧੀਆਂ ਨੰਗੀਆਂ ਕਰਦੇ ਪਏ ਨੇ, ਜਿਨ੍ਹਾਂ ਨੂੰ ਲੋਕ ਅੱਤਵਾਦੀ ਕਹਿੰਦੇ ਉਹ ਦੂਜਿਆਂ ਦੀਆਂ ਧੀਆਂ ਛਡਾ ਕੇ ਦਿੰਦੇ ਪਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪੋਥੀਆਂ ਸਾੜੀਆਂ ਗਈਆਂ ਉਹਨਾਂ ਦੇ ਵੱਲੋਂ ਜਿਹੜੇ ਆਪਣੇ ਆਪ ਨੂੰ ਸੱਤਵਾਦੀ ਕਹਿੰਦੇ ਆ, ਤੇ ਜਿਨ੍ਹਾਂ ਨੂੰ ਅੱਤਵਾਦੀ ਕਿਹਾ ਜਾਂਦਾ ਹੈ। ਕਪੂਰਥਲੇ ਦੇ ਵਿੱਚ ਰਮਾਇਣ ਸੜਦੀ ਹੈ ਤੇ ਸੰਤ ਜੀ ਉਸ ਰਮਾਇਣ ਵਾਸਤੇ ਮੁਕੱਦਮਾ ਲੜਦੇ ਨੇ, ਪੈਸੇ ਵੀ ਖਰਚਦੇ ਨੇ। ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਵੀ ਇਹ ਆਪਣਾ ਪੰਜਾਬੀ ਸੂਬਾ ਲੈ ਸਕਦੇ ਆ, ਸਭ ਤੋਂ ਮਗਰੋਂ ਪੰਜਾਬੀ ਸੂਬਾ ਦਿੱਤਾ ਉਹ ਵੀ ਲੰਗੜਾ ਕਰਕੇ। ਜੇ ਸਾਡੇ ਗੁਰੂ ਸਾਹਿਬ ਦੀ ਹੋਈ ਬੇਦਬੀ ਦਾ ਸਾਨੂੰ ਇਨਸਾਫ ਨਹੀਂ ਦੇਣਾ, ਜੇ ਸਿੱਖਾਂ ਦੀ ਹੋਈ ਨਸਲਕੁਸ਼ੀ ਦਾ ਇਨਸਾਫ ਨਹੀਂ ਦੇਣਾ, ਜੇ ਸਿੱਖਾਂ ਦੇ ਨੌਜਵਾਨਾਂ ਦੇ ਕੀਤੇ ਹੋਏ ਕਤਲਾਂ ਦਾ ਇਨਸਾਫ ਨਹੀਂ ਦੇਣਾ, ਗਲਤ ਬਣਾਏ ਹੋਏ ਮੁਕੱਦਮਿਆਂ ਦਾ ਇਨਸਾਫ ਨਹੀਂ ਦੇਣਾ, ਫਿਰ ਕਿਸੇ ਨੂੰ ਕੋਈ ਹੱਕ ਨਹੀਂ ਇਹ ਕਹਿਣ ਦਾ ਵੀ ਸਿੱਖਾਂ ਨੇ ਸ਼ਸਤਰ ਕਿਉਂ ਚੁੱਕੇ, ਸਾਡਾ ਫਰਜ਼ ਇਹ ਬਣਦਾ। ਜੇ ਬੰਦਾ ਸਿੰਘ ਬਹਾਦਰ ਜ਼ਾਲਮਾਂ ਦੇ ਸੋਧੇ ਲਾਉਂਦਾ ਹੈ ਉਹ ਇਹਨਾਂ ਵਾਸਤੇ ਮਹਾਨ ਹੈ, ਤੇ ਜੇ ਬਾਬਾ ਜਰਨੈਲ ਸਿੰਘ ਜ਼ਾਲਮਾਂ ਦੇ ਸੋਧੇ ਲਵਾ ਦੇਣ ਉਹ ਅੱਤਵਾਦੀ ਕਿਵੇਂ ਹੋ ਗਿਆ। ਨਿੱਕੇ ਨਿੱਕੇ ਬੱਚੇ ਜਿਨ੍ਹਾਂ ਦੇ ਉਸ ਘੱਲੂਕਾਰੇ ਦੇ ਵਿੱਚ ਮਾਤਾ ਪਿਤਾ ਸ਼ਹੀਦ ਹੋ ਗਏ, ਕੁੱਛੜ ਚੁੱਕਿਆ ਬੱਚਾ ਇਕੱਲਾ ਰਹਿ ਗਿਆ, ਉਹ ਜਿਹੜੀ ਪਰਿਕਰਮਾ ਦੀ ਫਰਸ਼ ਤਪ ਰਹੀ ਹੈ, ਕੁਰਲਾ ਰਿਹਾ ਹੈ, ਉਹ ਬੱਚਾ ਰੋਂਦੇ ਹੋਏ ਨੂੰ ਇੱਕ ਫੌਜੀ ਆਇਆ, ਉਹਨੇ ਲੱਤੋਂ ਫੜ ਕੇ ਕੰਧ ਨਾਲ ਮਾਰ ਕੇ ਸ਼ਹੀਦ ਕਰ ਦਿੱਤਾ। ਇਹਨੂੰ ਆਜ਼ਾਦੀ ਕਹਿੰਦੇ ਹਾਂ ਅਸੀਂ। ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਹਸਪਤਾਲ ਤੁਸੀਂ ਜਾਣਦੇ ਹੋ, ਟਰੱਕਾਂ ਦੇ ਟਰੱਕ ਭਰ ਕੇ ਲਾਸ਼ਾਂ ਜਾਂਦੀਆਂ, ਕੁਝ ਸਿੱਖ ਜਿਉਂਦੇ ਆ, ਸਹਿਕਦੇ ਆ, ਤੇ ਡਾਕਟਰ ਬਕਾਇਦਾ ਇਹ ਗੱਲ ਵੀ ਕਹਿੰਦੇ ਆ ਵੀ ਇਹ ਸਿੱਖ ਜਿਉਂਦਾ ਹੈ, ਇਹਨੂੰ ਬਚਾਇਆ ਜਾ ਸਕਦਾ ਹੈ, ਸਾਹ ਚੱਲਦੇ ਆ, ਤੇ ਫੌਜੀ ਗੋਲੀ ਮਾਰ ਕੇ ਕਹਿੰਦਾ ਵੀ ਇਹਨੂੰ ਜਿਉਂਦਾ ਨਾ ਸਮਝੇ, ਮਾਰੀ ਚੁੱਕਾ, ਇਹਨੂੰ ਮਰਿਆ ਹੀ ਸਮਝ। ਅਕਾਲ ਤਖਤ ਸਾਹਿਬ ਜਿਸ ਦਿਨ ਤੋਂ ਢਾਇਆ ਸਾਧ ਸੰਗਤ ਯਾਦ ਰੱਖਿਓ, ਉਸ ਦਿਨ ਸਾਡੀ ਆਜ਼ਾਦੀ ਦੀ ਨੀਂਹ ਰੱਖੀ ਗਈ ਹੈ। ਔਰ ਅੱਜ ਜਦੋਂ ਵੀ ਹੁਣ ਲਹਿਰਾਂ ਛਿੜਨਗੀਆਂ ਅਸੀਂ ਆਜ਼ਾਦੀ ਲਈ ਲੜਾਂਗੇ। ਅੱਜ ਅਸੀਂ ਅਨੰਦਪੁਰ ਸਾਹਿਬ ਦੇ ਮਤੇ ਲਈ ਵੀ ਨਹੀਂ ਲੜਾਂਗੇ। ਸੰਤ ਜਰਨੈਲ ਸਿੰਘ ਨੇ ਗੱਲ ਕਹੀ ਸੀ ਵੀ ਜਿਸ ਦਿਨ ਸਾਨੂੰ ਸ਼ਹੀਦ ਕੀਤਾ ਗਿਆ, ਅਕਾਲ ਤਖਤ ਸਾਹਿਬ ਢਾਇਆ ਗਿਆ, ਤੁਹਾਡਾ ਦਾਸ ਨਾਲ, ਸੰਤ ਜੀ ਕਹਿੰਦੇ ਪਏ ਤੁਹਾਡਾ ਗੁਰੂ ਸਾਹਿਬ ਨਾਲ ਤੇ ਦਾਸ ਨਾਲ ਪ੍ਰੇਮ ਤਾਂ ਹੋਵੇਗਾ ਜੇ ਪਿੰਡਾਂ ਪਿੰਡਾਂ ਤੇ ਸ਼ਹਿਰਾਂ ਸ਼ਹਿਰਾਂ ਦੇ ਵਿੱਚੋਂ ਫਿਰ ਗੁਰੂ ਕੇ ਨਿੰਦਕਾਂ ਨੂੰ ਸੋਧਾਂਗੇ। ਘੱਲੂ ਘਾਰਿਆਂ ਦੇ ਵਿੱਚ ਕਿੰਨੇ ਧੜਾਧੜ ਸਿੱਖ ਸ਼ਹੀਦ ਕਰ ਦਿੱਤੇ ਜਾਂਦੇ ਸੀ, ਪਰ ਕਦੀ ਕੋਈ ਇਹ ਨਹੀਂ ਕਹਿੰਦਾ ਸੀ ਵੀ ਸਾਡੇ ਜਰਨੈਲਾਂ ਨੇ ਸਾਡਾ ਨੁਕਸਾਨ ਕਰਾਤਾ। ਉਦੋਂ ਕਦੀ ਇਹ ਗੱਲ ਨਹੀਂ ਕਹੀ ਜਾਂਦੀ ਸੀ। ਅੱਜ ਸਾਡਾ ਬ੍ਰੇਨ ਵਾਸ਼ ਇਸ ਹੱਦ ਤੱਕ ਕਰ ਦਿੱਤਾ ਗਿਆ, ਅਸੀਂ ਆਪਣੀ ਜਰਨੈਲਾਂ ਤੇ ਸਵਾਲ ਚੁੱਕ ਲੈਂਦੇ ਵੀ ਸਾਡਾ ਨੁਕਸਾਨ ਕਰਾਤਾ। ਇੱਕ ਹਿੰਦੂ ਵੀਰ ਦੀ ਧੀ ਨੂੰ ਚੁੱਕ ਕੇ ਲੈ ਗਿਆ ਕੋਈ ਸੱਜਣ, ਤੇ ਉਸ ਵਕਤ ਭਾਈ ਜੱਸਾ ਸਿੰਘ ਰਾਮਗੜੀਆ ਜੀ ਨੇ ਉਸ ਧੀ ਨੂੰ ਛਡਾਇਆ, ਤੇ ਤਕਰੀਬਨ 700 ਸਿੰਘ ਸ਼ਹੀਦ ਹੋ ਜਾਂਦੇ ਨੇ ਇੱਕ ਧੀ ਨੂੰ ਛਡਾਉਣ ਵਾਸਤੇ। ਤੇ ਜੇ ਕੋਈ ਕਹਿ ਲਵੇ ਵੀ ਇਹ ਤਾਂ ਘਾਟੇ ਦਾ ਸੌਦਾ ਹੈ, ਇੱਕ ਧੀ ਨੂੰ ਬਚਾਉਣ ਵਾਸਤੇ 700 ਸਿੰਘਾਂ ਦੀ ਸ਼ਹੀਦੀ, ਇਹ ਤਾਂ ਨੁਕਸਾਨ ਹੈ। ਪਰ ਕੌਣ ਦੱਸੇ ਵੀ ਸਿੱਖ ਸਿਧਾਂਤ ਤੋਂ ਪਰੇ ਨਹੀਂ ਹਟਦੇ, ਭਾਵੇਂ ਲੱਖਾਂ ਸ਼ਹੀਦੀਆਂ ਹੋ ਜਾਣ। ਸ਼ਹੀਦੀਆਂ ਨੂੰ ਇਹਨਾਂ ਤਰਾਜ਼ੂਆਂ ਵਿੱਚ ਨਹੀਂ ਤੋਲਿਆ ਜਾ ਸਕਦਾ। ਇਹ ਗੁਰੂ ਘਰ ਦੀ ਬਖਸ਼ਿਸ਼ ਹੈ। ਗੁਰੂ ਤੋਂ ਬਾਅਦ ਜੇ ਸਭ ਤੋਂ ਵੱਡਾ ਕੋਈ ਰੁਤਬਾ ਹੈ ਨਾ, ਉਹ ਸ਼ਹੀਦਾਂ ਦਾ ਰੁਤਬਾ ਹੈ। ਗੁਰੂ ਤੋਂ ਬਾਅਦ ਜੇ ਕਿਸੇ ਨੂੰ ਪੂਜਿਆ ਜਾ ਸਕਦਾ, ਜੇ ਕਿਸੇ ਅੱਗੇ ਝੁਕਿਆ ਜਾ ਸਕਦਾ, ਉਹ ਸ਼ਹੀਦਾਂ ਅੱਗੇ ਝੁਕਿਆ ਜਾ ਸਕਦਾ। ਵਾਹਿਗੁਰੂ ਸਾਹਿਬ ਜੀ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨਾ ਕੀਜੈ, ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ
ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਬਖਸ਼ਿਸ਼ ਦੇ ਸਦਕਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਓਟ ਆਸਰਾ ਲੈ ਰਹੇ ਹਾਂ। ਸ਼ਹੀਦ ਭਾਈ ਸਾਹਿਬ ਭਾਈ ਵਰਿਆਮ ਸਿੰਘ ਜੀ ਖੱਪਿਆਂ ਵਾਲੀ, ਉਹਨਾਂ ਨੂੰ ਯਾਦ ਕਰ ਰਹੇ ਹਾਂ। ਮੇਰੇ ਤੋਂ ਪਹਿਲਾਂ ਆਪ ਜੀ ਨੇ ਰਸ ਪਿੰਨਾ ਅੰਮ੍ਰਿਤ ਕੀਰਤਨ ਸਰਵਣ ਕੀਤਾ ਹੈ। ਆਓ ਹੁਣ ਕੁਝ ਸਮਾਂ ਆਪਾਂ ਵਿਚਾਰਾਂ ਦੇ ਨਾਲ ਸਾਂਝ ਪਾਉਣੀ ਹੈ। ਜਿੰਨੇ ਵੀ ਸਰੀਰ ਜੁੜੇ ਹਾਂ, ਸੁਰਤ ਸਤਿਗੁਰਾਂ ਦੇ ਚਰਨਾਂ ਤੇ ਟਿਕਾਈਏ ਔਰ ਸਤਿਗੁਰਾਂ ਦੀ ਬਖਸ਼ੀ ਫਤਿਹ ਵਿੱਚ ਸਾਰੇ ਹਾਜ਼ਰੀ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਹੁਤ ਪਿਆਰਾ ਬਚਨ ਕੀਤਾ ਹੈ। ਜਲ ਸੈ ਨਿਕਾਸ ਮੀਨ ਰਾਖੀ ਹੈ ਪਟੰਬਰ ਮੈਂ, ਬਿਨ ਜਲ ਤਲਫ ਤਜਤ ਪ੍ਰਿਯ ਪ੍ਰਾਨ ਹੈ। ਬਨ ਸੈ ਪਕਰ ਪੰਛੀ ਪਿੰਜਰੀ ਮੈਂ ਰਾਖੀ ਹੈ, ਤੋ ਬਿਨ ਬਨ ਮਨ ਉਨ ਮਨੋ ਉਨਮਾਨ ਹੈ। ਭਾਮਨੀ ਪਧਾਰ ਬਿਸ਼ਰਤ ਅਤ ਸ਼ੀਨ ਦੀਨ, ਬਿਲਖ ਬਦਨ ਤਾਹਿ ਭਵਨ ਭਿਆਨ ਹੈ। ਤੈਸੇ ਗੁਰਸਿੱਖ ਬਿਸ਼ਰਤ ਸਾਧ ਸੰਗਤ, ਸਹਿ ਜੀਵਨ ਜਤਨ ਬਿਨ ਸੰਗਤ ਨਾ ਆਨ ਹੈ। ਇੱਕ ਮੱਛੀ ਨੂੰ ਪਾਣੀ ਦੇ ਵਿੱਚੋਂ ਕੱਢ ਕੇ ਰੇਸ਼ਮ ਦੇ ਕੱਪੜਿਆਂ ਤੇ ਵੀ ਰੱਖੋ, ਪਾਣੀ ਤੋਂ ਬਿਨਾਂ ਮੱਛੀ ਦੀ ਮੌਤ ਹੈ। ਭਾਵੇਂ ਰੇਸ਼ਮ ਦੇ ਕੱਪੜਿਆਂ ਤੇ ਵੀ ਕਿਉਂ ਨਾ ਰੱਖੋ। ਪੰਛੀ ਨੂੰ ਜੰਗਲ ਦੇ ਵਿੱਚੋਂ ਪਕੜ ਕੇ ਪਿੰਜਰੇ 'ਚ ਰੱਖੋ, ਸੋਹਣੇ ਪਦਾਰਥ ਵੀ ਦੇਵੋ, ਪਰ ਜੰਗਲ ਤੋਂ ਵਿਛੜ ਕੇ ਪੰਛੀ ਨੇ ਉਦਾਸ ਹੀ ਰਹਿਣਾ ਹੈ। ਸੋਹਣੇ ਪਦਾਰਥਾਂ 'ਚ ਰਹਿ ਕੇ ਵੀ ਉਦਾਸ ਹੀ ਰਹਿਣਾ ਹੈ। ਪਤੀ ਤੋਂ ਵਿਛੜ ਕੇ ਇਸਤਰੀ ਨੂੰ ਗਹਿਣੇ ਵੀ ਚੁੱਭਦੇ ਨੇ। ਇਸੇ ਤਰ੍ਹਾਂ ਸਿੱਖ ਦੇ ਕੋਲ ਜਿੰਨੀਆਂ ਮਰਜ਼ੀ ਸਹੂਲਤਾਂ ਹੋਣ, ਜਿੰਨੇ ਮਰਜ਼ੀ ਪਦਾਰਥ ਹੋਣ, ਪਰ ਗੁਰੂ ਤੋਂ ਵਿਛੜ ਕੇ ਸਿੱਖ ਅੰਦਰੋਂ ਤੜਫਦਾ ਹੀ ਹੈ। ਇਸ ਕਰਕੇ ਜਿਹੜਾ ਸਿੱਖ ਹੈ ਉਹ ਗੁਰੂ ਤੋਂ ਵਿਛੋੜਾ ਕਦੀ ਪ੍ਰਵਾਨ ਨਹੀਂ ਕਰਦਾ। ਮੌਤ ਪ੍ਰਵਾਨ ਕਰ ਸਕਦਾ ਹੈ, ਆਰੇ ਪ੍ਰਵਾਨ ਕਰ ਸਕਦਾ ਹੈ, ਰੰਬੀਆਂ ਪ੍ਰਵਾਨ ਕਰ ਸਕਦਾ ਹੈ, ਟੋਕੇ ਪ੍ਰਵਾਨ ਕਰ ਸਕਦਾ ਹੈ, ਖੋਪੜੀਆਂ ਲੋਹਾ ਸਕਦਾ ਹੈ, ਬੰਦ ਘਟਾ ਸਕਦਾ ਹੈ, ਪਰ ਗੁਰੂ ਤੋਂ ਵਿਛੋੜਾ ਨਹੀਂ ਸਹਿ ਸਕਦਾ। ਇਹੀ ਸਿੱਖ ਦਾ ਜੀਵਨ ਹੈ। ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਜਦੋਂ ਸ਼ਹੀਦੀ ਹੁੰਦੀ ਹੈ ਮਹਾਰਾਜ ਦੀ, ਤੇ ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ। ਮੈਂ ਗੱਲ ਭਾਈ ਵਰਿਆਮ ਸਿੰਘ ਜੀ ਤੇ ਲੈ ਕੇ ਆਉਣੀ ਹੈ, ਪਰ ਥੋੜੀਆਂ ਜਿਹੀਆਂ ਮੈਂ ਬੇਨਤੀਆਂ ਇਸ ਕਰਕੇ ਮੁੱਢ ਵਿੱਚ ਕਰ ਰਿਹਾ ਹਾਂ। ਪਹਿਲਾਂ ਸਾਨੂੰ ਸਮਝਣਾ ਪੈਣਾ ਸਾਧ ਸੰਗਤ ਕਿ ਸ਼ਹੀਦੀ ਦਾ ਕਨਸੈਪਟ ਕੀ ਹੈ। ਆਮ ਤੌਰ ਤੇ ਅੱਜ ਦੇ ਜਿਹੜੇ ਲੋਕ ਨੇ, ਜਦੋਂ ਇਹਨਾਂ ਚੀਜ਼ਾਂ ਦਾ ਅਨਾਲਿਸਿਸ ਕਰਦੇ ਨੇ, ਬੜਾ ਸੌਖਾ ਹੁੰਦਾ ਕਹਿ ਦੇਣਾ ਜੀ ਲੈ ਜੀ ਖੱਟਿਆ ਕੀ ਜੀ, ਨੁਕਸਾਨ ਹੋ ਗਿਆ ਜੀ, ਨੁਕਸਾਨ ਕਰਾ ਲਿਆ। ਪਰ ਸਾਨੂੰ ਪਹਿਲਾਂ ਸਿੱਖੀ ਦਾ ਸਿਧਾਂਤ ਸਮਝਣਾ ਪੈਣਾ, ਕਿਉਂਕਿ ਇਹ ਸਿੱਖੀ ਦੇ ਵਿੱਚ ਇਹ ਚੀਜ਼ਾਂ ਵਪਾਰ ਨਹੀਂ ਹੈਗੀਆਂ। ਇਹ ਕੋਈ ਅਸੀਂ ਕਣਕ ਨਹੀਂ ਵੇਚਦੇ ਪਏ ਵੀ ਜਿਹਦਾ ਅਸੀਂ ਫਿਰ ਬਾਅਦ ਵਿੱਚ ਅਨਾਲਿਸਿਸ ਕਰਨਾ ਜੀ ਕਣਕ ਵੇਚੀ ਆ, ਕਿੰਨਾ ਫਾਇਦਾ ਹੋਇਆ ਤੇ ਕਿੰਨਾ ਨੁਕਸਾਨ। ਸਿੱਖੀ ਦਾ ਸਿਧਾਂਤ ਸਮਝਣਾ ਪੈਣਾ, ਫਿਰ ਇਹਨਾਂ ਸ਼ਹੀਦੀਆਂ ਦੇ ਮੁੱਲ ਸਾਨੂੰ ਸਮਝ ਲੱਗਣੇ ਆ, ਫਿਰ ਸਾਨੂੰ ਇਹਨਾਂ ਸ਼ਹੀਦੀਆਂ ਦੀ ਕਦਰ ਸਮਝ ਲੱਗਣੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸ਼ਹੀਦ ਹੁੰਦੇ ਆ ਤੇ ਕਿਸੇ ਕਵੀ ਨੇ ਲਿਖਿਆ, ਕਹਿੰਦੇ ਵੀ ਅੱਜ ਇੱਕ ਰੁੱਖ ਲੱਗਾ ਹੈ ਤੇ ਇਹ ਰੁੱਖ ਨੇ ਇੰਨਾ ਪਸਾਰਾ ਕਰਨਾ ਹੈ ਵੀ ਜਿਹੜਾ ਰੁੱਖ ਸਦੀਆਂ ਲੰਘ ਜਾਣਗੀਆਂ ਕਦੀ ਸੁੱਕ ਨਹੀਂ ਸਕਦਾ। ਕਾਰਨ ਕੀ ਹੈ? ਕਹਿੰਦੇ ਇਹ ਰੁੱਖ ਜਿਹੜਾ ਗੁਰੂ ਨਾਨਕ ਨੇ ਲਾਇਆ ਹੈ, ਗੁਰੂ ਅਰਜਨ ਸਾਹਿਬ ਨੇ ਲਾਇਆ ਹੈ, ਇਹ ਸਿੱਖੀ ਦਾ ਰੁੱਖ ਇਸ ਕਰਕੇ ਨਹੀਂ ਸੁੱਕਣਾ ਕਿਉਂਕਿ ਇਸ ਰੁੱਖ ਦੀਆਂ ਜੜ੍ਹਾਂ 'ਚ ਪਾਣੀ ਨਹੀਂ, ਸ਼ਹੀਦਾਂ ਦਾ ਖੂਨ ਪੈਂਦਾ ਹੈ।
ਸ਼ਹੀਦਾਂ ਦਾ ਖੂਨ ਨਹੀਂ ਮੁੱਕਣਾ ਔਰ ਇਸ ਰੁੱਖ ਨੇ ਵੀ ਨਹੀਂ ਸੁੱਕਣਾ। ਬਾ ਕਮਾਲ ਲਿਖਿਆ ਕਿਸੇ ਨੇ, ਕਹਿੰਦੇ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿਲਰ ਜਾਣਗੇ ਇਉਂ ਸੰਸਾਰ ਅੰਦਰ। ਕੋਈ ਚਾਂਦਨੀ ਚੌਂਕ ਨੂੰ ਭਾਗ ਲਾਸੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ। ਮਹਿਕ ਉੱਠੂ ਚਮਕੌਰ ਦੀ ਯੂ ਸਾਰੀ ਟੁੱਟੇ ਜਦੋਂ ਦੋ ਰੁੱਤ ਬਹਾਰ ਅੰਦਰ। ਅੰਤ ਅੱਧ ਖਿੜੇ ਹੀ ਤੋੜ ਕੇ ਟਹਿਣੀਆਂ ਤੋਂ ਚਿੰਨ ਦੇਵੇਗਾ ਕੋਈ ਦੀਵਾਰ ਅੰਦਰ। ਲੱਗੀ ਰਹੇਗੀ ਸਦਾ ਬਹਾਰ ਇਸ ਤੇ ਲਾਗੇ, ਖਿਜ਼ਾ ਨੇ ਇਸ ਤੇ ਢੁਕਣਾ ਨਹੀਂ। ਲੱਗੀ ਔੜ ਤੇ ਇਹਨਾਂ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਸ਼ਹੀਦਾਂ ਦਾ ਖੂਨ ਕਦੀ ਮੁੱਕ ਨਹੀਂ ਸਕਦਾ ਔਰ ਇਸ ਰੁੱਖ ਨੇ ਵੀ ਕਦੀ ਸੁੱਕਣਾ ਨਹੀਂ। ਜਦੋਂ ਵੀ ਅਸੀਂ ਸ਼ਹੀਦਾਂ ਦੇ ਜੀਵਨ ਨੂੰ ਯਾਦ ਕਰਦੇ ਹਾਂ ਤਾਂ ਸਾਨੂੰ ਪਹਿਲਾਂ ਗੁਰਬਾਣੀ ਦੇ ਵਿੱਚੋਂ ਹੀ ਸਮਝਣਾ ਪੈਣਾ। ਜਿਵੇਂ ਆ ਭਾਈ ਗੁਰਦਾਸ ਜੀ ਦਾ ਇਸੇ ਕਰਕੇ ਇੱਕ ਬਿੱਤ ਸ਼ੁਰੂਆਤ ਦੇ ਵਿੱਚ ਆਪਾਂ ਵਿਚਾਰ ਕੀਤੀ ਸੀ ਕਿ ਜਲ ਸੈ ਨਿਕਾਸ ਮੀਨ ਰਾਖੀਏ ਪਟੰਬਰ ਮੈਂ, ਬਿਨ ਜਲ ਤਲਫ ਤਜਤ ਪ੍ਰੇ ਪ੍ਰਾਣ ਹੈ। ਪਾਣੀ ਮੱਛੀ ਦਾ ਜੀਵਨ ਹੈ। ਹੁਣ ਕੋਈ ਕਹੇ, ਅਕਸਰ ਜਦੋਂ ਅਸੀਂ ਪਿੱਛੇ ਜੇ ਇੱਕ ਸ਼ਬਦ ਦੀ ਵਿਚਾਰ ਚੱਲ ਰਹੀ ਸੀ, ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਮਹਾਰਾਜ ਕਰਾ ਰਹੇ ਆ ਔਰ ਸ਼ਬਦ ਦੀ ਵਿਚਾਰ ਚੱਲ ਰਹੀ, ਆਖਾ ਜੀਵਾ ਵਿਸਰੈ ਮਰ ਜਾਓ, ਆਖਣੇ ਔਖਾ ਸਾਚਾ ਨਾਓ। ਗੁਰੂ ਨਾਨਕ ਸਾਹਿਬ ਜੀ ਨੂੰ ਛੋਟੀ ਉਮਰੇ ਮਾਤਾ ਤ੍ਰਿਪਤਾ ਨੇ ਪੁੱਛ ਲਿਆ, ਕਹਿਣ ਲੱਗੇ ਵੀ ਨਾਨਕ ਪੁੱਤ ਅੱਧੀ ਅੱਧੀ ਰਾਤ ਤੱਕ ਬੈਠਾ ਰਹਿਣਾ ਹੈ, ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਦਾ, ਕੋਈ ਨੇਮ ਬਣਾ, ਕਿੰਨਾ ਕੁ ਟਾਈਮ ਜਪਣਾ ਚਾਹੀਦਾ ਹੈ? ਵੀ ਕੋਈ ਆਪਦਾ ਨੇਮ ਬੰਨ ਲਾ ਵੀ ਇੰਨੇ ਘੰਟੇ ਜਪਣਾ ਹੈ। ਜਿਹੜੀ ਆਪਾਂ ਗੱਲ ਕਰਦੇ ਪਏ, ਗੁਰੂ ਨੂੰ ਕਿੰਨਾ ਕੁ ਯਾਦ ਕਰਨਾ ਹੈ, ਗੁਰੂ ਨੂੰ ਕਿੰਨਾ ਕੁ ਸਮਰਪਿਤ ਹੋਣਾ ਹੈ। ਵੀ ਥੋੜਾ ਬਹੁਤ ਵੀ ਚਲੋ ਇੰਨਾ ਕੁ ਕੁਝ ਕਰ ਲਿਆ ਜੀ, ਬਸ ਇੰਨੇ ਨਾਲ ਸਰ ਜੂਗਾ। ਸ਼ਹੀਦਾਂ ਤੇ ਗੱਲ ਲੈ ਕੇ ਆਉਂਦੇ ਵੀ ਤਨ ਮਨ ਧਨ ਸਭ ਸੌਂਪ ਗੁਰ ਕੋ, ਜੋ ਵੀ ਤੇਰੇ ਕੋਲ ਹੈ ਗੁਰੂ ਨੂੰ ਸੌਂਪ ਦੇ। ਗੁਰੂ ਦੀ ਮਰਜ਼ੀ ਆ, ਤੇਰੇ ਤੋਂ ਧਨ ਲੈਣਾ ਧਨ ਲੈ ਲਵੇ, ਤੇਰੇ ਤੋਂ ਤਨ ਲੈਣਾ ਤਨ ਲੈ ਲਵੇ, ਉਹ ਗੁਰੂ ਦੀ ਮਰਜ਼ੀ ਹੈ। ਪੁੱਛਿਆ ਹੈ ਨਾਨਕ ਪੁੱਤ ਵੀ ਕਿੰਨੀ ਕੁ ਬੰਦਗੀ ਕਰਨੀ ਚਾਹੀਦੀ ਹੈ? ਤੇ ਗੁਰੂ ਸਾਹਿਬ ਕਹਿੰਦੇ ਮਾਤਾ ਮੈਨੂੰ ਇਹ ਦੱਸੋ ਕਿ ਮੱਛੀ ਦਾ ਜੀਵਨ ਹੈ ਪਾਣੀ, ਤੇ ਕੋਈ ਪੁੱਛੇ ਵੀ ਮੱਛੀ ਨੂੰ ਪਾਣੀ ਕਿੰਨਾ ਕੁ ਚਾਹੀਦਾ? ਸਾਡੇ ਸਵਾਸ ਚੱਲਦੇ ਆ ਤੇ ਅਸੀਂ ਜਿਉਂਦੇ ਆ, ਤੇ ਕੋਈ ਪੁੱਛੇ ਵੀ ਸਵਾਸ ਕਿੰਨੇ ਕੁ ਚੱਲਣੇ ਚਾਹੀਦੇ ਆ? ਤੇ ਇਹੀ ਜਵਾਬ ਮਿਲੇਗਾ ਵੀ ਭਲੇ ਭਾਈ ਸਵਾਸ ਚੱਲਦੇ ਆ ਤੇ ਜੀਵਨ ਹੈ, ਨਹੀਂ ਤੇ ਜੀਵਨ ਖਤਮ ਹੈ। ਪਾਣੀ ਹੈ ਤੇ ਮੱਛੀ ਦਾ ਜੀਵਨ ਹੈ, ਪਾਣੀ ਨਹੀਂ ਤੇ ਮੱਛੀ ਵੀ ਖਤਮ ਹੈ। ਇਸੇ ਤਰ੍ਹਾਂ ਕੋਈ ਪੁੱਛੇ ਵੀ ਸਿੱਖ ਨੂੰ ਸਿੱਖ ਦੇ ਵਾਸਤੇ ਗੁਰੂ ਦੀ ਕਿੰਨੀ ਕੁ ਯਾਦ ਹੋਣੀ ਚਾਹੀਦੀ ਹੈ, ਤੇ ਸਿੱਖ ਇਹੀ ਜਵਾਬ ਦੇਵੇਗਾ ਵੀ ਗੁਰੂ ਦੀ ਯਾਦ ਹੈ ਤੇ ਜਿਉਂਦੇ ਆ। ਗੁਰੂ ਦੀ ਯਾਦ ਭੁੱਲ ਗਈ, ਅਸਲੀ ਮੌਤ ਹੀ ਉਹ ਹੈ। ਕੋਈ ਸਰੀਰਾਂ ਕਰਕੇ ਸ਼ਹੀਦ ਹੋ ਗਏ ਹੋਣਗੇ ਪਰ ਅੱਜ ਵੀ ਜਿਉਂਦੇ ਆ, ਕਿਉਂ? ਕਿਉਂਕਿ ਉਹ ਗੁਰੂ ਨਾਲ ਜੁੜ ਗਏ। ਤੇ ਮਾਫ ਕਰ ਦਿਓ, ਕਿਸੇ ਨੇ ਸਾਰੀ ਉਮਰ ਹੰਢਾ ਲਈ, ਗੁਰੂ ਚੇਤੇ ਨਹੀਂ ਆਇਆ, ਉਹ ਜਿਉਂ ਕੇ ਵੀ ਮਰੇ ਹੋਏ ਨੇ। ਤਾਂ ਹੀ ਬਾਬਾ ਜਰਨੈਲ ਸਿੰਘ ਇੱਕ ਗੱਲ ਕਹਿੰਦੇ ਹੁੰਦੇ ਸਨ, ਕਹਿੰਦੇ ਸਰੀਰ ਦਾ ਮਰਨਾ ਮੌਤ ਨਹੀਂ ਹੁੰਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੁੰਦਾ। ਔਰ ਅਸੀਂ ਇਹ ਅਹਿਸਾਸ ਕਰਕੇ ਜਾਣਾ ਵੀ ਅਸੀਂ ਜਿਉਂਦੇ ਹਾਂ ਕਿ ਨਹੀਂ। ਜੇ ਸਾਡੇ ਅੰਦਰ ਜਾਨ ਹੈ, ਜੇ ਅਸੀਂ ਜਿਉਂਦੇ ਹਾਂ, ਤੇ ਫਿਰ ਸਾਨੂੰ ਇਹ ਵੀ ਅਹਿਸਾਸ ਕਰਨਾ ਪੈਣਾ ਵੀ ਅਸੀਂ ਕੀ ਗੁਰੂ ਦੀ ਯਾਦ ਵਿੱਚ ਜਿਉ ਰਹੇ ਹਾਂ। ਔਰ ਗੁਰੂ ਸਾਡੇ ਨੇ ਇੱਕ ਗੱਲ ਸਿਖਾਈ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 52 ਹੁਕਮਾਂ ਦੇ ਵਿੱਚ ਇੱਕ ਗੱਲ ਕਹੀ ਹੈ, ਕਹਿੰਦੇ ਨੇ ਵੀ ਸਿੱਖ ਦਾ ਫਰਜ਼ ਹੈ ਇਹ ਹਮੇਸ਼ਾ ਆਜ਼ਾਦ ਵਿਚਰੇ। ਖਾਲਸਾ ਕਦੀ ਗੁਲਾਮ ਨਹੀਂ ਹੋ ਸਕਦਾ, ਖਾਲਸਾ ਹਮੇਸ਼ਾ ਆਜ਼ਾਦ ਵਿਚਰਦਾ ਹੈ। ਤੇ ਇਹੀ ਕੁਝ ਸਾਡੇ ਸ਼ਹੀਦਾਂ ਨੇ ਕੀਤਾ। ਹੁਣ ਮੈਂ ਥੋੜੀ ਜੀ ਗੱਲ ਇੱਥੇ ਲੈ ਕੇ ਆਉਣੀ ਹੈ ਵੀ ਕਿਉਂ ਅਸੀਂ ਮਜਬੂਰ ਹੋਏ ਸ਼ਸਤਰ ਚੁੱਕਣ ਤੇ, ਕਿਉਂ ਭਾਈ ਵਰਿਆਮ ਸਿੰਘ ਜੀ ਵਰਗੇ ਸੂਰਮਿਆਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ। ਕਹਿ ਦੇਣਾ ਬੜਾ ਸੌਖਾ ਹੈ ਜੀ, ਨੁਕਸਾਨ ਕਰਾਤਾ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਘੇਰਾ ਪਾਇਆ, ਉਸ ਵਕਤ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਵਾਲ ਹੋਇਆ ਸੀ ਵੀ ਤੁਸੀਂ ਤਾਂ ਫਕੀਰ ਹੋ, ਤੁਸੀਂ ਸ਼ਸਤਰ ਕਿਉਂ ਚੁੱਕੇ ਆ? ਤੇ ਸਤਿਗੁਰਾਂ ਨੇ ਉਦੋਂ ਜਵਾਬ ਦਿੱਤਾ, ਜਿਹੜਾ ਸਤਿਗੁਰੂ ਜੀ ਜ਼ਫਰਨਾਮੇ ਦੇ ਵਿੱਚ ਵੀ ਔਰੰਗਜ਼ੇਬ ਨੂੰ ਲਿਖਦੇ ਨੇ ਕਿ ਬਲਾਚਾਰਗੀ ਦਰਮਿਆ ਆਮਦਮ ਬਤਦਬੀਰ ਤੀਰੋ ਤੁਫੰਗ ਆਮਦਮ ਚੁੰਕਾਰ ਅਜ਼ ਹਮਹਿ ਹੀਲ ਤੇ ਦਰ ਗੁਜ਼ਸਤ ਹਲਾਲ ਅਸਤ ਬੁਰਦਨ ਬ ਸ਼ਮਸ਼ੀਰੇ ਦਸਤ। ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਨੂੰ ਕੋਈ ਸ਼ੌਂਕ ਨਹੀਂ ਸ਼ਸਤਰ ਚੁੱਕਣ ਦਾ, ਮਜਬੂਰ ਹੋ ਗਏ तो लड़ाई दिखाएंगे। अल्लाह यार खां जोगी, मजबूर हो गए तो लड़ाई दिखाएंगे,
फिर तेगे खालसा की सफाई दिखाएंगे। जिस दिन इस धरती ते जुल्म होएगा, जदों कोई जालम साडियां धीआं दी बेपत्ती करेगा, जदों इत्थे मासूमां नूं लुੱਟਿਆ जावेगा, कुੱਟਿਆ जावेगा, जदों भोले भालियां नूं गुलाम बनाया जाएगा, खालसे दा फर्ज है उदों शस्त्र चुकना ते जुल्म वेख के भी भैणां दी हो रही बेपत्ती देख के भी जे कोई कहे भी असीं सतवादी या शस्त्र नहीं चुक सकते, उन्हां तो घटिया लोक नहीं कोई हो सकते। माफ़ कर दिओ, मैं बेनती कर रहा। जिन्हां नूं असीं अतवादी कहने, पिछे जे भाई जगमीत सिंह जी बैठे है, तुसीं जाणदे हो, पत्रकार भी करते हैं। भाई वरियाम सिंह जी खप्पियां वाली उन्हां दे भतीजे ने, बखूबी जाणदे हो। और सतगुरां दी रहमत आ भी जो बूटा लगा सिੱਖੀ ਦਾ इस घर ਦੇ ਵਿੱਚ ਅੱਜ ਵੀ ਚੱਲ ਰਿਹਾ। इन्हां दे नाल इंटरव्यू हुई सी और उहदे विच एक कुछ बेनतियां जरूर कीतियां सी भी जिहड़े लोग कहिंदे आ भी इस रस्ते ते चलण वाले अतवादी ने ते जिहड़े लोग चुप करके बैठे वो सतवादी ने। कुछ दलीलां दे के एक बेनती कीती सी भी बाबा जरनैल सिंह नूं अतवादी कहण वालिओ, जिन्हां नूं तुसीं अतवादी कहिंदे हो, आ साडे जलालाबाद दे नेड़े ही तुहानूं पता होएगा कि किसी हिंदू वीर दी धी नूं कोई चक के लै जांदा है ते ਉਹ ਸੰਤਾਂ ਨੂੰ ਆ ਕੇ ਬੇਨਤੀ ਕਰਦਾ ਵੀ ਸੰਤ ਜੀ ਤੁਸੀਂ ਦਮਦਮੀ ਟਕਸਾਲ ਦੇ ਜਥੇਦਾਰ ਹੋ ਤੇ ਸਿੰਘ ਧੀਆਂ ਛਡਾਉਂਦੇ ਰਹੇ ਆ। ਜਦੋਂ ਧੀਆਂ ਨੂੰ ਕੋਈ ਚੁੱਕ ਕੇ ਲੈ ਜਾਂਦਾ ਸੀ, ਸਿੰਘ ਛਡਾਉਂਦੇ ਰਹੇ ਆ ਤੇ ਕਿਰਪਾ ਕਰੋ ਮੇਰੀ ਧੀ ਛਡਾ ਕੇ ਦਿਓ। ਤੇ ਸੰਤ ਜਰਨੈਲ ਸਿੰਘ ਜੀ ਨੇ ਸ਼ਾਮ 5 ਵਜੇ ਤੋਂ ਪਹਿਲਾਂ ਉਹਨਾਂ ਦੀ ਧੀ ਉਹਨਾਂ ਦੇ ਘਰ ਪਹੁੰਚਾਈ ਸੀ। ਇੱਕ ਪਾਸੇ ਇਹ ਗਾਥਾ ਯਾਦ ਰੱਖਿਓ, दूजे पासे तुसीं ये भी जानते हो, मैं संतां ਦੀਆਂ स्पीचां चों गल कोट कर रहा। संतां ਦੀਆਂ स्पीचां विच ये गल सुनन नूं मिलदी है कि एक पुलिस वाले दे वल्लों जिहड़े लोग अपने आप नूं सतवादी कहिंदे आ, उन्हां दे वल्लों दाओ के पिंड दे विच सिखां दी धी नूं नंगिया करके, माफ़ कर दिओ मैनूं बचन कहने पै रहे हैं, पर कीता जो इन्हां ज़ालमां ने। दाओ के पिंड दे विच एक धी नूं नंगिया करके अस्थना तो पकड़ के पूरे पिंड दे विच घुमाया जांदा है। ਜਿਹੜੇ लोग अपने आप ਨੂੰ ਸਤਵਾਦੀ ਦੱਸਦੇ ਨੇ ਉਹ ਧੀਆਂ ਨੰਗੀਆਂ ਕਰਦੇ ਪਏ ਨੇ, ਜਿਨ੍ਹਾਂ ਨੂੰ ਲੋਕ ਅੱਤਵਾਦੀ ਕਹਿੰਦੇ ਦੂਜਿਆਂ ਦੀਆਂ ਧੀਆਂ ਛਡਾ ਕੇ ਦਿੰਦੇ ਪਏ ਆ। ਆਪ ਫੈਸਲਾ ਕਰ ਲਓ ਕੌਣ ਅੱਤਵਾਦੀ ਤੇ ਕੌਣ ਸਤਵਾਦੀ। ਚੰਦੋ ਕਲਾਂ ਦੇ ਵਿੱਚ ਸਿੱਖਾਂ ਦੀਆਂ ਬੱਸਾਂ ਸਾੜੀਆਂ ਜਾਂਦੀਆਂ ਤੇ ਜਿਨ੍ਹਾਂ ਦੀਆਂ ਸਾੜੀਆਂ ਜਾਂਦੀਆਂ ਉਹਨਾਂ ਦਾ ਜੀਵਨ ਤੁਸੀਂ ਦੇਖੋ। ਕੋਈ ਹਿੰਦੂ ਵੀਰ ਆ ਕੇ ਬੇਨਤੀ ਕਰਦਾ ਸੰਤਾਂ ਨੂੰ ਵੀ ਸੰਤ ਜੀ ਸਾਡੀ ਦੁਕਾਨ ਸੜ ਗਈ ਹੈ, ਮਦਦ ਕਰੋ, ਤੇ ਸੰਤ ਜੀ 500 ਰੁਪਇਆ ਦਿੰਦੇ ਆ ਵੀ ਗਰਾਈ ਕਰ ਲਓ, ਸ਼ੁਰੂਆਤ ਮੈਂ ਕਰ ਦਿੰਦਾ, ਦੁਕਾਨ ਪੈ ਜਾਵੇਗੀ। ਜਿਨ੍ਹਾਂ ਨੂੰ ਅੱਤਵਾਦੀ ਦੱਸਿਆ ਜਾਂਦਾ ਹੈ ਉਹ ਸੰਤ ਜੀ ਤਾਂ ਦੂਜਿਆਂ ਦੀਆਂ ਦੁਕਾਨਾਂ ਸੜੀਆਂ ਤੇ ਵੀ ਮਦਦ ਪਏ ਕਰਦੇ ਨੇ, ਉਹਨਾਂ ਦੀ ਪ੍ਰਾਪਰਟੀ ਲਈ ਮਦਦ ਕਰਦੇ ਨੇ। ਤੇ ਜਿਹੜੇ ਆਪਣੇ ਆਪ ਨੂੰ ਸਤਵਾਦੀ ਕਹਿੰਦੇ ਉਹ ਸਿੱਖਾਂ ਦੀ ਪ੍ਰਾਪਰਟੀ ਸਾੜਦੇ ਪਏ। ਬੱਸਾਂ ਸਾੜੀਆਂ ਸਿੱਖਾਂ ਦੀਆਂ, ਚੰਦੋ ਕਲਾਂ ਦੇ ਵਿੱਚ ਸਿੱਖਾਂ ਦੀਆਂ ਪੋਥੀਆਂ ਸਾੜੀਆਂ ਗਈਆਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪੋਥੀਆਂ ਸਾੜੀਆਂ ਗਈਆਂ ਉਹਨਾਂ ਦੇ ਵੱਲੋਂ ਜਿਹੜੇ ਆਪਣੇ ਆਪ ਨੂੰ ਸਤਵਾਦੀ ਕਹਿੰਦੇ ਆ। ਤੇ ਜਿਨ੍ਹਾਂ ਨੂੰ ਅੱਤਵਾਦੀ ਕਿਹਾ ਜਾਂਦਾ ਹੈ, ਕਪੂਰਥਲੇ ਦੇ ਵਿੱਚ ਰਮਾਇਣ ਸੜਦੀ ਹੈ ਤੇ ਸੰਤ ਜੀ ਉਸ ਰਮਾਇਣ ਵਾਸਤੇ ਮੁਕੱਦਮਾ ਲੜਦੇ ਨੇ, ਪੈਸੇ ਵੀ ਖਰਚਦੇ ਨੇ। ਜਿਨ੍ਹਾਂ ਨੂੰ ਅੱਤਵਾਦੀ ਕਿਹਾ ਜਾਂਦਾ ਹੈ ਉਹ ਦੂਜਿਆਂ ਦੇ ਧਰਮ ਗ੍ਰੰਥ ਵਾਸਤੇ ਵੀ ਮੁਕੱਦਮੇ ਲੜਦੇ ਨੇ। ਤੇ ਜਿਹੜੇ ਆਪਣੇ ਆਪ ਨੂੰ ਸਤਵਾਦੀ ਕਹਿੰਦੇ ਉਹ ਸਿੱਖਾਂ ਦੀਆਂ ਪੋਥੀਆਂ ਸਾੜਦੇ ਪਏ। ਫੈਸਲਾ ਕਰ ਲਿਓ ਅੱਤਵਾਦੀ ਕੌਣ ਆ ਤੇ ਸਤਵਾਦੀ ਕੌਣ। ਜੇ ਕਿਸੇ ਹਿੰਦੂ ਵੀਰ ਦੀ ਮੌਤ ਹੋ ਜਾਂਦੀ ਹੈ, ਸੰਤ ਜੀ ਆਪ ਉਹਨਾਂ ਨੂੰ ਫੋਨ ਕਰਕੇ ਉਹਨਾਂ ਦੇ ਨਾਲ ਅਫਸੋਸ ਕਰਦੇ ਨੇ ਵੀ ਗਲਤ ਹੋਇਆ। ਤੇ ਜੇ ਕਿਤੇ ਸਿੱਖਾਂ ਦੀ ਮੌਤ ਹੋ ਜਾਂਦੀ ਹੈ, ਆਪਣੇ ਆਪ ਨੂੰ ਸਤਵਾਦੀ ਕਹਾਉਣ ਵਾਲੇ ਲੱਡੂ ਵੰਡਦੇ ਨੇ। ਇਹ ਮੈਂ ਤਾਂ ਬੇਨਤੀ ਕਰ ਲਿਆ, ਫੈਸਲਾ ਤੁਸੀਂ ਕਰ ਲਿਓ ਅੱਤਵਾਦੀ ਕੌਣ ਆ ਤੇ ਸਤਵਾਦੀ ਕੌਣ ਹੈ। ਆ ਕਦੀ ਮੀਡੀਆ ਦੀ ਗੱਲਾਂ 'ਚ ਨਾ ਆਇਆ ਕਰੋ, ਕਿਉਂਕਿ ਮੀਡੀਆ ਨੇ ਤਾਂ ਉਹੀ ਕੁਝ ਦਿਖਾਉਣਾ ਜੋ ਇਹਨਾਂ ਦੇ ਰਾਸ਼ਟਰਵਾਦ ਦੇ ਹਿੱਤ ਵਿੱਚ ਹੋਵੇ, ਉਹ ਭਾਵੇਂ ਗਲਤ ਵੀ ਕਿਉਂ ਨਾ ਹੋਵੇ। ਇਹਨਾਂ ਨੇ ਉਹਨਾਂ ਨੂੰ ਵੀ ਨਾਇਕ ਘੜਨਾ ਹੁੰਦਾ ਹੈ ਜਿਨ੍ਹਾਂ ਲੋਕਾਂ ਨੇ ਭਾਵੇਂ ਬੜੇ ਵੱਡੇ ਜ਼ੁਲਮ ਹੀ ਕਿਉਂ ਨਾ ਕੀਤੇ ਹੋਣ। ਮੈਂ ਜਿਹੜੀ ਬੇਨਤੀ ਕਰ ਰਿਹਾ ਵੀ ਜਿਹੜੇ ਕਹਿੰਦੇ ਵੀ ਸੰਤ ਜੀ ਹਿੰਦੂਆਂ ਦੇ ਵੈਰੀ ਸੀ ਜਾਂ ਅੱਤਵਾਦੀ ਸੀ, ਇੱਕ ਹਿੰਦੂ ਵੀਰ ਦੀ ਮੌਤ ਹੁੰਦੀ ਹੈ, ਸੰਤ ਜੀ ਉਹਨਾਂ ਦੇ ਘਰ ਫੋਨ ਕਰਕੇ ਅਫਸੋਸ ਕਰਦੇ ਆ ਗਲਤ ਹੋਇਆ। ਤੇ ਜੇ ਕਿਤੇ ਸਿੱਖਾਂ ਦੇ ਘਰ ਮੌਤ ਹੋ ਜਾਵੇ, ਇਹ ਲੋਕ ਲੱਡੂ ਵੰਡਦੇ ਨੇ ਜਿਹੜੇ ਆਪਣੇ ਆਪ ਨੂੰ ਸਤਵਾਦੀ ਕਹਿੰਦੇ ਆ। ਇਹ ਗੱਲ ਸਾਨੂੰ ਚੇਤੇ ਰੱਖਣੀ ਪੈਣੀ ਹੈ ਕਿ ਅੱਤਵਾਦੀ ਕੌਣ ਹੈ ਤੇ ਸਤਵਾਦੀ ਕੌਣ ਹੈ। ਔਰ ਅਸੀਂ ਐਵੇਂ ਇਹ ਸ਼ਸਤਰ ਨਹੀਂ ਚੁੱਕੇ। ਹੁਣ ਜੇ ਤੁਸੀਂ ਕਹੋ ਵੀ ਸ਼ਸਤਰ ਚੱਕ ਕੇ ਕੋਈ ਅੱਤਵਾਦੀ ਬਣ ਗਿਆ ਤਾਂ ਫਿਰ ਇਹ ਕੋਈ ਗੱਲ ਜਾਇਜ਼ ਨਹੀਂ ਹੈਗੀ।
ਸਾਡੇ ਗੁਰੂ ਸਾਹਿਬ ਜੀ ਨੇ ਜਿੱਥੇ ਸਾਨੂੰ ਸ਼ਬਦ ਨਾਲ ਜੋੜਿਆ, ਉੱਥੇ ਸ਼ਬਦ ਦੇ ਅਧੀਨ ਸਾਨੂੰ ਸ਼ਸਤਰ ਨਾਲ ਵੀ ਜੋੜਿਆ। ਸਿੱਖ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਹੈ, ਉੱਥੇ ਸ਼ਸਤਰ ਨੂੰ ਵੀ ਮੱਥਾ ਟੇਕਦਾ ਹੈ। ਜਿੱਥੇ ਅਸੀਂ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਕਹਿੰਦੇ ਹਾਂ, ਉੱਥੇ ਅਸੀਂ ਇਸ ਸ਼ਸਤਰ ਨੂੰ ਵੀ ਪੀਰ ਕਹਿੰਦੇ ਹਾਂ, ਕਿਉਂਕਿ ਅਸੀਂ ਸ਼ਬਦ ਦੀ ਓਟ ਲੈ ਕੇ ਇਹ ਸ਼ਸਤਰ ਪਕੜ ਕੇ ਜ਼ੁਲਮ ਰੋਕਣਾ ਖਾਲਸੇ ਦਾ ਫਰਜ਼ ਹੈ। ਸਾਧ ਸੰਗਤ, ਇਹ ਖਾਲਸੇ ਦਾ ਫਰਜ਼ ਹੈ। 1947 ਤੋਂ ਪਹਿਲਾਂ ਜਿਹੜੀ ਮੈਂ ਬੇਨਤੀ ਕਰ ਰਿਹਾ, ਕਿਉਂ ਮਜਬੂਰ ਹੋਏ? ਚਲੋ ਪਹਿਲਾਂ ਤਾਂ ਸਿੰਘਾਂ ਨੇ ਸ਼ਸਤਰ ਚੁੱਕੇ ਹੀ। ਅੱਜ ਜੇ ਕੋਈ ਕਹੇ ਵੀ ਇਹ ਡੈਮੋਕ੍ਰੇਸੀ ਹੈ, ਇਹ ਦੇਸ਼ ਆਪਣਾ ਹੈ, ਇੱਥੇ ਕੀ ਲੋੜ ਪੈ ਗਈ ਸ਼ਸਤਰ ਚੁੱਕਣ ਦੀ? 1947 ਤੋਂ ਪਹਿਲਾਂ ਸਭ ਤੋਂ ਵੱਧ ਕੁਰਬਾਨੀਆਂ ਸਿੱਖ ਕਰਦੇ ਨੇ, ਸਭ ਤੋਂ ਵੱਧ ਫਾਂਸੀਆਂ ਸਿੱਖ ਚੜ੍ਹਦੇ ਨੇ। 90% ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਹੁੰਦੀਆਂ, ਤੇ ਇੰਨੀਆਂ ਕੁਰਬਾਨੀਆਂ ਦੇ ਕੇ ਜਦੋਂ 1947 ਤੋਂ ਪਹਿਲਾਂ ਦਾ ਸਮਾਂ ਹੈ, ਕਦੀ ਪੰਡਤ ਜਵਾਹਰ ਲਾਲ ਨਹਿਰੂ ਵਾਅਦੇ ਕਰ ਦਿੰਦਾ ਹੈ ਕਿ ਤੁਹਾਨੂੰ ਖੁਦ ਮੁਖਤਿਆਰੀ ਦੇਵਾਂਗੇ, ਕਦੀ ਮਹਾਤਮਾ ਗਾਂਧੀ ਕਹਿ ਦਿੰਦਾ ਹੈ ਕਿ ਤੁਸੀਂ ਸਾਡੇ ਨਾਲ ਹੀ ਰਹੋ, ਤੁਹਾਡੇ ਨਾਲ ਅਸੀਂ ਕੋਈ ਜ਼ੁਲਮ ਨਹੀਂ ਕਰਾਂਗੇ, ਤੁਸੀਂ ਆਪਣੇ ਆਜ਼ਾਦੀ ਦੇ ਨਾਲ ਵਿਚਰ ਸਕਦੇ ਹੋ। ਤੇ ਜੇ ਤੁਹਾਨੂੰ ਗੁਲਾਮ ਕੀਤਾ ਤੇ ਫਿਰ ਸਿੱਖ ਇੰਨੇ ਕਾਬਲ ਤਾਂ ਹੈ ਹੀ ਵੀ ਆਪਣੇ ਹੱਕ ਲੈ ਸਕਦੇ ਆ। ਜਿਹੜੇ ਕਦੀ ਆਹ ਬਿਆਨ ਦਿੰਦੇ ਰਹੇ ਤੇ 1947 ਤੋਂ ਬਾਅਦ ਝੱਟ ਬਦਲ ਜਾਂਦੇ ਆ। ਤੁਹਾਨੂੰ ਪਤਾ ਹੋਵੇ ਕਿ ਜਦੋਂ ਅੰਗਰੇਜ਼ਾਂ ਦੇ ਨਾਲ ਮੀਟਿੰਗ ਹੁੰਦੀ ਹੈ, ਬਲਦੇਵ ਸਿੰਘ ਸਿੱਖਾਂ ਦੇ ਵੱਲੋਂ ਬੈਠਦੇ ਆ, ਪੰਡਤ ਜਵਾਹਰ ਲਾਲ ਨਹਿਰੂ ਹੋਣੀ ਬੈਠਦੇ ਆ, ਮੁਸਲਮਾਨ ਵੀਰ ਆਪਣਾ ਖਿੱਤਾ ਲੈ ਜਾਂਦੇ ਆ, ਤੇ ਜਦੋਂ ਸਿੱਖਾਂ ਦੀ ਵਾਰੀ ਆਉਂਦੀ ਹੈ, ਪੰਡਤ ਜਵਾਹਰ ਲਾਲ ਨਹਿਰੂ ਵਰਗੇ ਗਲਵੱਕੜੀ ਚ ਲੈ ਕੇ ਕਹਿੰਦੇ ਆ ਕਿ ਸਾਡਾ 9 ਮਾਸ ਦਾ ਰਿਸ਼ਤਾ ਹੈ, ਆਪਾਂ ਵੱਖ ਕਿਉਂ ਹੋਣਾ? ਤੁਸੀਂ ਇੱਥੇ ਹੀ ਆਪਣਾ ਅਲੱਗ ਸੂਬਾ ਲੈ ਕੇ ਆਜ਼ਾਦੀ ਨਾਲ ਰਹਿ ਸਕਦੇ ਹੋ। ਸਾਨੂੰ ਭੱਜੇ ਵਿੱਚ ਲੈ ਕੇ ਆਪਣੇ ਨਾਲ ਰੱਖਿਆ, ਤੇ 1947 ਤੋਂ ਬਾਅਦ ਤੁਰੰਤ ਯੂ ਟਰਨ ਲੈ ਲੈਂਦੇ ਆ। ਔਰ ਉਸ ਤੋਂ ਬਾਅਦ ਇਹ ਬਿਆਨ ਆ ਜਾਂਦਾ ਵੀ ਸਿੱਖ ਜਿਹੜੇ ਲੋਕ ਨੇ ਇਹ ਜਰਾਇਮ ਪੇਸ਼ਾ ਕੌਮ ਹੈ, ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਵੀ ਇਹ ਆਪਣਾ ਪੰਜਾਬੀ ਸੂਬਾ ਲੈ ਸਕਦੇ ਆ। ਸਭ ਤੋਂ ਮਗਰੋਂ ਪੰਜਾਬੀ ਸੂਬਾ ਦਿੱਤਾ, ਉਹ ਵੀ ਲੰਗੜਾ ਕਰਕੇ, ਉਹ ਵੀ ਇੰਨੇ ਰੋਸ ਮੁਜ਼ਾਹਰੇ ਕਰਕੇ, ਇੰਨੇ ਸਟਰਗਲ ਕਰਕੇ, ਇੰਨੇ ਸੰਘਰਸ਼ ਕਰਕੇ। ਤੇ ਇਹਨਾਂ ਹਾਲਾਤਾਂ ਤੋਂ ਬਾਅਦ ਵੀ ਜੇ ਕੋਈ ਕਵੇ ਵੀ ਅਸੀਂ ਆਜ਼ਾਦ ਆ, ਫਿਰ ਇਹੋ ਜੀ ਆਜ਼ਾਦੀ ਨੂੰ ਅਸੀਂ ਸਿਰ 'ਚ ਮਾਰਨਾ। ਜਿੱਥੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋ ਰਹੀ ਹੈ ਔਰ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਪਿਆ, ਇਹੋ ਜੀ ਆਜ਼ਾਦੀ ਨੂੰ ਸਿਰ 'ਚ ਮਾਰਨਾ। ਇਹ ਸਾਨੂੰ ਅਹਿਸਾਸ ਕਰਨਾ ਪੈਣਾ। ਜੇ ਸਾਡੇ ਗੁਰੂ ਸਾਹਿਬ ਦੀ ਹੋਈ ਬੇਦਬੀ ਦਾ ਸਾਨੂੰ ਇਨਸਾਫ ਨਹੀਂ ਦੇਣਾ, ਜੇ ਸਿੱਖਾਂ ਦੀ ਹੋਈ ਨਸਲਕੁਸ਼ੀ ਦਾ ਇਨਸਾਫ ਨਹੀਂ ਦੇਣਾ, ਜੇ ਸਿੱਖਾਂ ਦੇ ਨੌਜਵਾਨਾਂ ਦੇ ਕੀਤੇ ਹੋਏ ਕਤਲਾਂ ਦਾ ਇਨਸਾਫ ਨਹੀਂ ਦੇਣਾ, ਗਲਤ ਬਣਾਏ ਹੋਏ ਮੁਕੱਦਮਿਆਂ ਦਾ ਇਨਸਾਫ ਨਹੀਂ ਦੇਣਾ, ਫਿਰ ਕਿਸੇ ਨੂੰ ਕੋਈ ਹੱਕ ਨਹੀਂ ਇਹ ਕਹਿਣ ਦਾ ਵੀ ਸਿੱਖਾਂ ਨੇ ਸ਼ਸਤਰ ਕਿਉਂ ਚੁੱਕੇ। ਸਾਡਾ ਫਰਜ਼ ਇਹ ਬਣਦਾ, ਸਾਡਾ ਹੱਕ ਬਣਦਾ। ਬਾਬਾ ਜਰਨੈਲ ਸਿੰਘ ਨੇ ਸ਼ਸਤਰ ਚੁੱਕੇ। ਔਰ ਮੈਂ ਇਹ ਬੇਨਤੀ ਕਰਾਂ, ਪਿੱਛੇ ਜੇ ਇਹਨਾਂ ਨੇ ਬੁੱਤ ਲਾਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ, ਤੇ ਨਾਮ ਇਹਨਾਂ ਨੇ ਲਿਖਿਆ ਬੰਦਾ ਬੈਰਾਗੀ। ਤੇ ਉੱਥੇ ਵੀ ਉਸ ਘਟਨਾ ਤੇ ਵੀ ਦਾਸ ਨੇ ਇੱਕ ਬੇਨਤੀ ਕੀਤੀ ਸੀ ਵੀ ਜਦੋਂ ਤਾਂ ਸਿੱਖ ਸੂਰਮਿਆਂ ਤੋਂ ਸੋਭਾ ਲੈਣ ਦੀ ਗੱਲ ਆਉਂਦੀ ਹੈ, ਉਦੋਂ ਤਾਂ ਫਿਰ ਬੰਦਾ ਬੈਰਾਗੀ ਕਰਕੇ ਬੁੱਤ ਲਾ ਦਿੰਦੇ ਆ। ਜੇ ਉਹੀ ਕੰਮ ਸਿੱਖ ਕਰ ਦੇਣ ਫਿਰ ਕਹਿੰਦੇ ਅੱਤਵਾਦੀ ਹੋ ਗਿਆ। ਦਾਸ ਨੇ ਬੇਨਤੀ ਕੀਤੀ ਸੀ ਕਿ ਬੰਦਾ ਸਿੰਘ ਬਹਾਦਰ ਨੇ ਵੈਰੀਆਂ ਦੇ ਸੋਧੇ ਨਹੀਂ ਸੀ ਲਾਏ। ਜੇ ਬੰਦਾ ਸਿੰਘ ਬਹਾਦਰ ਜ਼ਾਲਮਾਂ ਦੇ ਸੋਧੇ ਲਾਉਂਦਾ ਹੈ, ਉਹ ਇਹਨਾਂ ਵਾਸਤੇ ਮਹਾਨ ਹੈ, ਤੇ ਜੇ ਬਾਬਾ ਜਰਨੈਲ ਸਿੰਘ ਜ਼ਾਲਮਾਂ ਦੇ ਸੋਧੇ ਲਵਾ ਦੇਣ, ਉਹ ਅੱਤਵਾਦੀ ਕਿਵੇਂ ਹੋ ਗਿਆ? ਜੇ ਬੰਦਾ ਸਿੰਘ ਬਹਾਦਰ ਸਰਹੰਦ ਦੇ ਨਾਲ ਟੱਕਰ ਲੈਂਦਾ ਹੈ, ਉਹ ਸੂਰਮਾ ਹੈ, ਤੇ ਦਿੱਲੀ ਜ਼ੁਲਮ ਕਰੇ ਬਾਬਾ ਜਰਨੈਲ ਸਿੰਘ ਟੱਕਰ ਲੈ ਲੈਣ, ਉਹ ਜ਼ਾਲਮ ਕਿਵੇਂ ਹੋ ਗਏ? ਉਹ ਅੱਤਵਾਦੀ ਕਿਵੇਂ ਹੋ ਗਏ? ਕੋਈ ਲੌਜਿਕ ਨਾਲ ਗੱਲ ਤਾਂ ਕਰੋ। ਉਂਝ ਬੰਦਾ ਬੈਰਾਗੀ ਹੈ, ਤੇ ਅਸੀਂ ਨਿਸ਼ਾਨ ਸਾਹਿਬ ਝੂਲਣ ਤੇ ਅਸੀਂ ਅਫਸੋਸ ਕਰਦੇ ਵੀ ਇਹ ਤਾਂ ਗਲਤ ਕਰਤਾ। ਸਾਨੂੰ ਇਹਨਾਂ ਚੀਜ਼ਾਂ, ਅਸੀਂ ਦੇਖੋ ਇਸ ਦੇਸ਼ ਦੇ ਵਿੱਚ ਰਹਿੰਦੇ ਆ, ਇਹਨਾਂ ਚੀਜ਼ਾਂ ਦਾ ਅਹਿਸਾਸ ਜ਼ਰੂਰ ਕਰਨਾ ਪੈਣਾ। ਮਜਬੂਰ ਹੋ ਗਏ ਤਾਂ ਲੜਾਈ ਦਿਖਾਏਂਗੇ। ਬਲਾਚਾਰ ਕੀ ਦਰਮਿਆ ਆਮਦਮ ਬ ਤਦਬੀਰ ਤੀਰੋ ਤਫੰਗ ਆਮਦਮ। ਖਾਲਸਾ ਜਦੋਂ ਵੀ ਸ਼ਸਤਰ ਚੱਕਦਾ ਮਜਬੂਰ ਹੋ ਕੇ ਚੱਕਦਾ। ਤੇ ਜਿਹੜੇ ਆਪਣੇ ਆਪ ਨੂੰ ਸੱਤਵਾਦੀ, ਮੈਂ ਕੁਝ ਕੁ ਘਟਨਾਵਾਂ ਇਸ ਕਰਕੇ ਕਹਿ ਰਿਹਾ, ਮੈਂ ਥੋੜੀਆਂ ਜਿਹੀਆਂ ਬੇਨਤੀਆਂ ਭਾਈ ਵਰਿਆਮ ਸਿੰਘ ਜੀ ਬਾਰੇ ਵੀ ਜ਼ਰੂਰ ਕਰਨਾ ਚਾਹਾਂਗਾ, ਪਰ ਇਹ ਮੈਂ ਬੇਨਤੀ ਕਰ ਲਵਾਂ ਵੀ ਕਿੰਨੇ ਕੁ ਆਜ਼ਾਦ ਆ ਅਸੀਂ। 1984 ਦੇ ਵਿੱਚ ਦਰਬਾਰ ਸਾਹਿਬ ਹਮਲਾ ਹੋਇਆ, ਸਾਰਾ ਉਹ ਕੱਲੂਕਾਰਾ ਹੋ ਚੁੱਕਾ ਹੈ, ਪਰ ਉਸ ਤੋਂ ਬਾਅਦ ਦੀਆਂ ਘਟਨਾਵਾਂ ਮੈਂ ਦੱਸ ਰਿਹਾ ਤੁਹਾਨੂੰ ਵੀ ਜਿੱਥੇ ਅਸੀਂ ਕਹਿੰਦੇ ਵੀ ਅਸੀਂ ਆਜ਼ਾਦ ਆ। ਸੰਤ ਜਰਨੈਲ ਸਿੰਘ ਜੀ ਸ਼ਹੀਦ ਹੋ ਚੁੱਕੇ ਨੇ, ਜਰਨਲ ਸੁਬੇਗ ਸਿੰਘ ਜੀ ਸ਼ਹੀਦ ਹੋ ਚੁੱਕੇ ਨੇ, ਭਾਈ ਅਮਰੀਕ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਚੁੱਕੇ ਨੇ, ਸਾਰੇ ਸੂਰਬੀਰ ਯੋਧੇ ਸ਼ਹੀਦ ਹੋ ਗਏ ਨੇ,
ਪਰ ਉਸ ਤੋਂ ਬਾਅਦ ਵੀ ਇਸ ਹਿੰਦੁਸਤਾਨ ਦੀ ਫੌਜ ਨੇ ਜ਼ੁਲਮ ਨਹੀਂ ਬੰਦ ਕੀਤੇ। ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲੇ ਉਹ ਖੁਦ ਲਿਖਦੇ ਨੇ, ਕਹਿੰਦੇ ਨੇ ਵੀ ਕਈ ਦਿਨਾਂ ਤੋਂ ਪਿਆਸੇ ਬੈਠੇ ਸਿੱਖ ਜਦੋਂ ਪਾਣੀ ਦੀ ਮੰਗ ਕਰਦੇ ਆ ਨਾ, ਬਜ਼ੁਰਗ ਬੈਠੇ ਨੇ, ਬੱਚੇ ਬੈਠੇ ਨੇ, ਵੀ ਗਰਮੀ ਦਾ ਸਮਾਂ ਹੈ, ਇੰਨਾ ਸਮਾਂ ਹੋ ਗਿਆ ਸੀ ਪਿਆਸੇ ਬੈਠੇ ਆ, ਪਾਣੀ ਦਿੱਤਾ ਜਾਵੇ। ਤੇ ਫੌਜੀ ਇੱਕ ਜੱਗ ਲੈ ਕੇ ਆਇਆ ਪਾਣੀ ਦਾ ਭਰਿਆ, ਉਹਦੇ ਵਿੱਚ ਸਿਗਰਟਾਂ ਘੋਲ ਕੇ ਕਹਿੰਦਾ ਵੀ ਜੇ ਪਾਣੀ ਪੀਣਾ ਤੇ ਸਿਗਰਟਾਂ ਵਾਲਾ ਪੀਵੋ, ਨਹੀਂ ਤੇ ਪਾਣੀ ਨਹੀਂ ਮਿਲਣਾ। ਆਜ਼ਾਦ ਆ ਅਸੀਂ, ਸੋਚ ਕੇ ਦੇਖੋ, ਇਹਨੂੰ ਆਜ਼ਾਦੀ ਕਹਿੰਦੇ। ਉਹ ਘੱਲੂਕਾਰਾ ਸਾਰਾ ਹੋ ਚੁੱਕਾ ਹੈ, ਸੰਤ ਜਰਨੈਲ ਸਿੰਘ ਸ਼ਹੀਦ ਹੋ ਚੁੱਕੇ ਆ, ਸੂਰਬੀਰ ਯੋਧੇ ਸਾਰੇ ਸ਼ਹੀਦ ਹੋ ਚੁੱਕੇ ਆ। ਹੁਣ ਇਹ ਆਮ ਪ੍ਰਜਾ, ਆਮ ਸੰਗਤ ਬੈਠੀ ਹੈ, ਆਮ ਸੰਗਤ ਪਾਣੀ ਦੀ ਮੰਗ ਕਰ ਰਹੀ ਹੈ, ਤੇ ਜੱਗ ਦੇ ਵਿੱਚ ਪਾਣੀ ਦੇ ਵਿੱਚ ਸਿਗਰਟਾਂ ਘੋਲ ਕੇ ਦਿੱਤੀਆਂ ਜਾਂਦੀਆਂ, ਤੇ ਕਹਿੰਦੇ ਜੇ ਪੀਣਾ ਤੇ ਇਹ ਵਾਲਾ ਪੀਵੋ, ਨਹੀਂ ਤੇ ਪਾਣੀ ਨਹੀਂ ਮਿਲਣਾ। ਔਰ ਇਹ ਗੱਲ ਭਗਤ ਪੂਰਨ ਸਿੰਘ ਨੇ ਲਿਖੀ ਹੈ, ਜਿਨ੍ਹਾਂ ਨੇ ਜਦੋਂ ਆਪਣਾ ਅਵਾਰਡ ਇਸ ਹਿੰਦੁਸਤਾਨ ਦੀ ਸਰਕਾਰ ਨੂੰ ਵਾਪਸ ਕੀਤਾ ਸੀ ਨਾ, ਤੇ ਉਹਨਾਂ ਨੇ ਕੁਝ ਕਾਰਨ ਲਿਖੇ ਸੀ ਵੀ ਇਹਨਾਂ ਕਾਰਨਾਂ ਕਰਕੇ ਮੈਂ ਪਦਮ ਸ਼੍ਰੀ ਅਵਾਰਡ ਵਾਪਸ ਕਰ ਰਿਹਾ, ਮੈਂ ਨਹੀਂ ਲੈਣਾ। ਤੇ ਉਹਨਾਂ ਕਾਰਨਾਂ ਚੋਂ ਇੱਕ ਕਾਰਨ ਇਹ ਲਿਖਿਆ ਸੀ ਵੀ ਇਹ ਜਿਹੜੀ ਕਹਿੰਦੇ ਵੀ ਅਸੀਂ ਉੱਥੇ ਜਾ ਕੇ ਹਰਮੰਦਰ ਸਾਹਿਬ ਆਜ਼ਾਦ ਕਰਾਇਆ, ਇਹਨੂੰ ਆਜ਼ਾਦ ਕਰਾਉਣਾ ਕਹਿੰਦੇ ਆ। ਵੀ ਆਮ ਸਿੱਖਾਂ ਨੂੰ ਤੁਸੀਂ ਸਿਗਰਟਾਂ ਵਾਲਾ ਪਾਣੀ ਦਿੰਦੇ ਪਏ ਹੋ, ਫਿਰ ਸਿਗਰਟਾਂ ਦੇ ਧੂਏ ਜਾਣ ਬੁੱਝ ਕੇ ਸਿੱਖਾਂ ਦੇ ਉੱਪਰ ਛੱਡੇ ਜਾਂਦੇ ਆ। ਨਿੱਕੇ ਨਿੱਕੇ ਬੱਚੇ ਜਿਨ੍ਹਾਂ ਦੇ ਉਸ ਘੱਲੂਕਾਰੇ ਦੇ ਵਿੱਚ ਮਾਤਾ ਪਿਤਾ ਸ਼ਹੀਦ ਹੋ ਗਏ, ਕੁੱਛੜ ਚੁੱਕਿਆ ਬੱਚਾ ਕੱਲਾ ਰਹਿ ਗਿਆ, ਉਹ ਜਿਹੜੀ ਪਰਿਕਰਮਾ ਦੀ ਫਰਸ਼ ਤਪ ਰਹੀ ਹੈ, ਕੁਰਲਾ ਰਿਹਾ ਹੈ, ਉਹ ਬੱਚਾ ਰੋਂਦੇ ਹੋਏ ਨੂੰ ਇੱਕ ਫੌਜੀ ਆਇਆ, ਉਹਨੇ ਲੱਤੋਂ ਫੜ ਕੇ ਕੰਧ ਨਾਲ ਮਾਰ ਕੇ ਸ਼ਹੀਦ ਕਰ ਦਿੱਤਾ। ਇਹਨੂੰ ਆਜ਼ਾਦੀ ਕਹਿੰਦੇ ਆ ਅਸੀਂ। ਨਿੱਕੇ ਨਿੱਕੇ ਕੁੱਛੜ ਚੁੱਕੇ ਬੱਚੇ ਕੰਧਾਂ ਨਾਲ ਮਾਰ ਮਾਰ ਕੇ ਸ਼ਹੀਦ ਕੀਤੇ ਜਾਂਦੇ ਆ। ਇਹ ਆਜ਼ਾਦੀ ਹੈ ਸਾਧ ਸੰਗਤ। ਫਿਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਹਸਪਤਾਲ, ਤੁਸੀਂ ਜਾਣਦੇ ਹੋ, ਟਰੱਕਾਂ ਦੇ ਟਰੱਕ ਭਰ ਕੇ ਲਾਸ਼ਾਂ ਜਾਂਦੀਆਂ, ਕੁਝ ਸਿੱਖ ਜਿਉਂਦੇ ਆ, ਸਹਿਕਦੇ ਆ, ਤੇ ਡਾਕਟਰ ਬਕਾਇਦਾ ਇਹ ਗੱਲ ਵੀ ਕਹਿੰਦੇ ਆ ਵੀ ਇਹ ਸਿੱਖ ਜਿਉਂਦਾ ਹੈ, ਇਹਨੂੰ ਬਚਾਇਆ ਜਾ ਸਕਦਾ ਹੈ, ਸਾਹ ਚੱਲਦੇ ਆ। ਤੇ ਫੌਜੀ ਗੋਲੀ ਮਾਰ ਕੇ ਕਹਿੰਦਾ ਵੀ ਇਹਨੂੰ ਜਿਉਂਦਾ ਨਾ ਸਮਝੇ, ਮਾਰੀ ਚੁੱਕਾ, ਇਹਨੂੰ ਮਰਿਆ ਹੀ ਸਮਝ। ਜਿਨ੍ਹਾਂ ਦੇ ਸਾਹ ਚੱਲ ਰਹੇ ਆ ਉਹਨਾਂ ਨੂੰ ਵੀ ਮਰਿਆ ਘੋਸ਼ਿਤ ਕੀਤਾ ਜਾਂਦਾ। ਇਹਨੂੰ ਆਜ਼ਾਦੀ ਕਹਿੰਦੇ ਆ। ਸਿਰ 'ਚ ਨਹੀਂ ਮਾਰਨੀ ਅਸੀਂ ਐਵੇਂ ਦੀ ਆਜ਼ਾਦੀ। ਇਹ ਅਹਿਸਾਸ ਕਰਕੇ ਜਾਈਏ ਸਾਧ ਸੰਗਤ, ਜੇ ਅਸੀਂ ਅੱਜ ਸ਼ਹੀਦਾਂ ਨੂੰ ਯਾਦ ਕਰਦੇ ਪਏ ਹਾਂ, ਕਿ ਇਹ ਆਜ਼ਾਦੀ ਹੁੰਦੀ ਹੈ ਜਿੱਥੇ ਸਾਡੀਆਂ ਧੀਆਂ ਦੀ ਬੇਪਤੀ, ਜਿੱਥੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਜਿੱਥੇ ਨੌਜਵਾਨਾਂ ਦੇ ਕਤਲ, ਸ਼ਰੇਆਮ ਕਤਲ ਕੀਤੇ ਜਾਂਦੇ ਆ, ਔਰ ਫਿਰ ਕੋਈ ਇਨਸਾਫ ਵੀ ਨਹੀਂ ਦਿੱਤਾ ਜਾਂਦਾ। ਭਾਈ ਵਰਿਆਮ ਸਿੰਘ ਜੀ ਖੱਪਿਆਂ ਵਾਲੀ, ਛੋਟੀ ਜੀ, ਕੋਈ ਬਹੁਤੀ ਉਮਰ ਨਹੀਂ ਹੈਗੀ, ਵਿਸਾਖੀ 1964 ਨੂੰ ਜਨਮ ਹੁੰਦਾ ਹੈ, ਅਕਤੂਬਰ 1986 ਨੂੰ ਸ਼ਹੀਦ ਹੋ ਜਾਂਦੇ ਆ। ਇਹ ਨੌਜਵਾਨੀ ਉਮਰ ਦੇ ਵਿੱਚ ਸਾਡੇ ਸੂਰਮਿਆਂ ਨੂੰ ਐਵੇਂ ਸ਼ਹਾਦਤਾਂ ਦੇ ਜਾਮ ਕਿਉਂ ਪੀਣੇ ਪਏ? ਇਸੇ ਕਰਕੇ, ਕਿਉਂਕਿ ਸਾਨੂੰ ਇਸ ਦੇਸ਼ ਦੇ ਵਿੱਚ ਟੌਰਚਰ ਕੀਤਾ ਗਿਆ, ਸਾਡੇ ਤੋਂ ਹੱਕ ਖੋਏ ਗਏ ਆ, ਸਾਡੀਆਂ ਧੀਆਂ ਦੀਆਂ ਬੇਪਤੀਆਂ ਕੀਤੀ ਗਈਆਂ, ਤਾਂ ਸ਼ਸਤਰ ਚੁੱਕੇ ਆ। ਭਾਈ ਵਰਿਆਮ ਸਿੰਘ ਜੀ ਤੁਸੀਂ ਜਾਣਦੇ ਹੋ, ਇਸ ਪਿੰਡ ਦੇ ਵਿੱਚੋਂ ਜੰਮੇ ਪਲੇ, 5ਵੀਂ ਤੱਕ ਇੱਥੇ ਪੜ੍ਹੇ, ਫਿਰ ਕਦੀ ਕਾਲਜ ਵੀ ਪੜ੍ਹੇ, ਫੈਡਰੇਸ਼ਨ ਦੇ ਵਿੱਚ ਭਰਤੀ ਹੁੰਦੇ ਆ, ਬਾਬਾ ਜਰਨੈਲ ਸਿੰਘ ਤੋਂ ਪ੍ਰਭਾਵਿਤ ਹੁੰਦੇ ਆ, ਔਰ ਇਸ ਯੋਧਿਆਂ ਵਾਲੀ ਲਾਈਨ ਦੇ ਵਿੱਚ ਤੁਰਦੇ ਆ, ਹੱਕ ਲੈਣੇ। ਬਾਕੀ ਗਾਥਾ ਸਾਰੀ ਪਰਿਵਾਰ, ਪਿੱਛੇ ਜੇ ਮੈਂ ਪਰਿਵਾਰ ਦੀ ਹੀ ਇੰਟਰਵਿਊ ਸੁਣ ਰਿਹਾ ਸੀ, ਬੜੀ ਡਿਟੇਲ ਦੇ ਵਿੱਚ ਉਹਨਾਂ ਨੇ ਸਾਰੀ ਗੱਲ ਕੀਤੀ। ਮੈਂ ਸਮੇਂ ਦੇ ਵਿੱਚ ਰਹਿੰਦਿਆਂ ਆਪਣੀ ਗੱਲ ਸੰਕੋਚਣੀ ਚਾਹੁੰਦਾ, ਔਰ ਇੱਕ ਤੱਤ ਭਾਵ ਕੱਢ ਕੇ ਆਪ ਜੀ ਦੇ ਸਨਮੁਖ ਜ਼ਰੂਰ ਰੱਖਣਾ ਚਾਹੁੰਦਾ। ਜਿਹੜੇ ਲੋਕ, ਕਿਉਂਕਿ ਸੰਤਾਂ ਨੇ ਇੱਕ ਗੱਲ ਕਹੀ ਸੀ, ਇੱਥੇ ਮੈਂ ਇੱਕ ਬੇਨਤੀ ਜ਼ਰੂਰ ਕਰਦੇ ਆ, ਕਿਉਂਕਿ ਸਮਝਣਾ ਪੈਣਾ ਵੀ ਇਹ ਸੂਰਬੀਰ ਯੋਧੇ ਕਿਹੜੇ ਨਕਸ਼ੇ ਕਦਮਾਂ ਤੇ ਚੱਲੇ। ਸੰਤ ਜਰਨੈਲ ਸਿੰਘ ਜੀ 84 ਤੋਂ ਪਹਿਲਾਂ ਇੱਕ ਗੱਲ ਕਹਿੰਦੇ ਰਹੇ, ਜਦੋਂ ਕੋਈ ਪੁੱਛਦਾ ਸੀ ਵੀ ਕੀ ਤੁਸੀਂ ਆਪਣਾ ਦੇਸ਼ ਮੰਗਦੇ ਹੋ, ਕੀ ਤੁਸੀਂ ਖਾਲਿਸਤਾਨ ਮੰਗਦੇ ਹੋ, ਤੇ ਸੰਤ ਜੀ ਉਦੋਂ ਇਹ ਗੱਲ ਕਹਿੰਦੇ ਰਹੇ ਕਿ ਅਸੀਂ ਨਾ ਖਾਲਿਸਤਾਨ ਲੈਣ ਦੇ ਹੱਕ 'ਚ ਤੇ ਨਾ ਵਿਰੋਧ 'ਚ, ਜੇ ਕੋਈ ਦੇ ਦਵੇ ਤੇ ਜ਼ਰੂਰ ਲਵਾਂਗੇ, ਛੱਡਾਂਗੇ ਨਹੀਂ, ਪਰ ਹਜੇ ਚੋਪਾਂ ਸਾਡੀ ਮਰਜ਼ੀ ਹੈ। ਪਰ ਨਾਲ ਉਹਨਾਂ ਨੇ ਇੱਕ ਗੱਲ ਇਹ ਜ਼ਰੂਰ ਕਹੀ ਸੀ ਕਿ ਅੱਜ ਅਸੀਂ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ ਪਏ ਹਾਂ, ਅੱਜ ਅਸੀਂ ਇਹ ਗੱਲ ਕਰਦੇ ਪਏ ਹਾਂ ਵੀ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਤੇ ਖੜ ਜਾਵੋ, ਅਸੀਂ ਰਹਿਣਾ ਤੁਹਾਡੇ ਨਾਲ ਹੀ ਚਾਹੁੰਦੇ ਹਾਂ, ਪਰ ਬਰਾਬਰ ਦੇ ਸ਼ਹਿਰੀ ਬਣ ਕੇ, 2 ਨੰਬਰ ਦੇ ਸ਼ਹਿਰੀ ਬਣ ਕੇ ਨਹੀਂ। ਪਰ ਜੇ ਤੁਸੀਂ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਜੇ ਤੁਸੀਂ ਸਾਡੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ, ਉਦਣ ਫਿਰ ਅਸੀਂ ਆਨੰਦਪੁਰ ਸਾਹਿਬ ਦੇ ਮਤੇ ਦੀ ਵੀ ਗੱਲ ਨਹੀਂ ਕਰਾਂਗੇ, ਉਦਣ ਫਿਰ ਆਜ਼ਾਦੀ ਦੀ ਹੀ ਗੱਲ ਹੋਏਗੀ, ਹੋਰ ਕੋਈ ਗੱਲ ਨਹੀਂ ਹੋ ਸਕਦੀ। ਇਹ ਸਾਨੂੰ ਚੇਤੇ ਰੱਖਣਾ ਪੈਣਾ।
ਮਲਬਿਆਂ ਤੇ ਖੜ ਕੇ ਕਦੀ ਸਮਝੌਤੇ ਨਹੀਂ ਕੀਤੇ ਜਾਂਦੇ, ਯਾਦ ਰੱਖਿਓ। ਕਦੀ ਅਬਦਾਲੀ ਵਰਗੇ ਵੀ ਆਏ ਸੀ, ਦਰਬਾਰ ਸਾਹਿਬ ਢਾਉਣ ਤੋਂ ਬਾਅਦ ਕਹਿੰਦੇ ਸਮਝੌਤੇ ਕਰ ਲਓ, ਤੇ ਸਿੱਖਾਂ ਨੇ ਉਦੋਂ ਇਹੀ ਜਵਾਬ ਦਿੱਤਾ ਸੀ ਪਹਿਲਾਂ ਕਰ ਲੈਂਦੇ ਤੇ ਹੋ ਸਕਦਾ ਕਰ ਲੈਂਦੇ, ਪਰ ਮਲਬਿਆਂ ਤੇ ਖੜ ਕੇ ਹੁਣ ਸਮਝੌਤੇ ਨਹੀਂ ਕੀਤੇ ਜਾ ਸਕਦੇ। ਪਹਿਲਾਂ ਮੰਨ ਲੈਂਦੇ, ਆਨੰਦਪੁਰ ਸਾਹਿਬ ਦਾ ਮਤਾ ਮੰਨ ਲੈਂਦੇ, ਪਹਿਲਾਂ ਕਰ ਲੈਂਦੇ ਸਮਝੌਤੇ, ਅਸੀਂ ਵੀ ਐਗਰੀ ਕਰਦੇ ਸੀ। ਪਰ ਅਕਾਲ ਤਖਤ ਸਾਹਿਬ ਢਾਉਣ ਤੋਂ ਬਾਅਦ, ਸਾਡੇ ਸੂਰਬੀਰ ਯੋਧੇ ਸ਼ਹੀਦ ਕਰਨ ਤੋਂ ਬਾਅਦ, ਇਹਨਾਂ ਨਸਲਕੁਸ਼ੀ ਕਰਨ ਤੋਂ ਬਾਅਦ, ਇਹਨਾਂ ਮਲਬਿਆਂ ਤੇ ਖੜ ਕੇ ਹੁਣ ਸਾਡੇ ਤੋਂ ਸਮਝੌਤੇ ਨਹੀਂ ਹੋਣੇ। ਹੁਣ ਜੇ ਤੁਸੀਂ ਕਹੋ, ਔਰ ਜਿਨ੍ਹਾਂ ਨੇ ਸਮਝੌਤੇ ਕੀਤੇ ਫਿਰ ਉਹਨਾਂ ਨੂੰ ਵੀ ਸਿੰਘਾਂ ਨੇ ਗੱਡੀ ਚਾੜਿਆ ਵੀ ਭਾਈ ਹੁਣ ਕਾਹਦੇ ਸਮਝੌਤੇ, ਹੁਣ ਕਿਹੜੇ ਸਮਝੌਤੇ ਕਰਨੇ, ਫਿਰ ਉਹਨਾਂ ਨੂੰ ਵੀ ਸਿੰਘਾਂ ਨੇ ਗੱਡੀ ਚਾੜਿਆ। ਇਹ ਮੈਂ ਬੇਨਤੀ ਜ਼ਰੂਰ ਕਰ ਰਿਹਾ ਸਾਧ ਸੰਗਤ, ਅਕਾਲ ਤਖਤ ਸਾਹਿਬ ਜਿਸ ਦਿਨ ਤੋਂ ਢਾਇਆ ਸਾਧ ਸੰਗਤ ਯਾਦ ਰੱਖਿਓ, ਉਸ ਦਿਨ ਸਾਡੀ ਆਜ਼ਾਦੀ ਦੀ ਨੀਂਹ ਰੱਖੀ ਗਈ ਹੈ। ਔਰ ਅੱਜ ਜਦੋਂ ਵੀ ਹੁਣ ਲਹਿਰਾਂ ਛਿੜਨਗੀਆਂ, ਅਸੀਂ ਆਜ਼ਾਦੀ ਲਈ ਲੜਾਂਗੇ। ਅੱਜ ਅਸੀਂ ਆਨੰਦਪੁਰ ਸਾਹਿਬ ਦੇ ਮਤੇ ਲਈ ਵੀ ਨਹੀਂ ਲੜਾਂਗੇ, ਇਹ ਸਾਨੂੰ ਚੇਤੇ ਰੱਖਣਾ ਪੈਣਾ। ਅਸੀਂ ਆਜ਼ਾਦੀ ਲਈ ਲੜਾਂਗੇ, ਆਜ਼ਾਦੀ ਲਈ ਜੂਝਾਂਗੇ। ਔਰ ਉਸ ਤੋਂ ਬਾਅਦ ਜਿੰਨੇ ਵੀ ਫਿਰ ਖਾੜਕੂ ਲਹਿਰ ਚੱਲੀ ਹੈ, ਉਹ ਆਜ਼ਾਦੀ ਲਈ ਚੱਲੀ ਹੈ, ਫਿਰ ਆਜ਼ਾਦੀ ਲਹਿਰ ਵਾਸਤੇ ਉਹ ਤਤਪਰ ਹੋਏ ਆ। ਹੁਣ ਇੱਥੋਂ ਸਾਨੂੰ ਸਮਝਣਾ ਪੈਣਾ ਵੀ ਅਗਲੇ ਜਿਹੜੇ ਖਾੜਕੂ ਫਿਰ ਇਸ ਰਸਤੇ ਤੇ ਕਿਉਂ ਚੱਲੇ, ਜਿਹੜੇ ਸ਼ਿਵ ਸੈਨਾ ਵਾਲਿਆਂ ਨੇ। ਕਿਉਂਕਿ ਸੰਤ ਜਰਨੈਲ ਸਿੰਘ ਨੇ ਗੱਲ ਕਹੀ ਸੀ ਵੀ ਜਿਸ ਦਿਨ ਸਾਨੂੰ ਸ਼ਹੀਦ ਕੀਤਾ ਗਿਆ, ਅਕਾਲ ਤਖਤ ਸਾਹਿਬ ਢਾਇਆ ਗਿਆ, ਤੁਹਾਡਾ ਦਾਸ ਨਾਲ, ਸੰਤ ਜੀ ਕਹਿੰਦੇ ਪਏ, ਤੁਹਾਡਾ ਗੁਰੂ ਸਾਹਿਬ ਨਾਲ ਤੇ ਦਾਸ ਨਾਲ ਪ੍ਰੇਮ ਤਾਂ ਹੋਵੇਗਾ ਜੇ ਪਿੰਡਾਂ ਪਿੰਡਾਂ ਤੇ ਸ਼ਹਿਰਾਂ ਸ਼ਹਿਰਾਂ ਦੇ ਵਿੱਚੋਂ ਫਿਰ ਗੁਰੂ ਕੇ ਨਿੰਦਕਾਂ ਨੂੰ ਸੋਧਾਂਗੇ, ਤਾਂ ਮੰਨਾਂਗੇ ਵੀ ਸਿੱਖਾਂ ਦਾ ਪਿਆਰ ਸਾਡੇ ਨਾਲ। ਤੇ ਖਾੜਕੂ ਜਿਹੜੇ ਨੇ, ਭਾਈ ਵਰਿਆਮ ਸਿੰਘ ਜੀ ਵਰਗੇ ਜਿਹੜੇ ਸੂਰਬੀਰ ਯੋਧੇ ਆ, ਫਿਰ ਉਸੇ ਰਸਤੇ ਤੇ ਚੱਲੇ। ਜਿਹੜੇ ਸ਼ਿਵ ਸੈਨਾ ਵਾਲਿਆਂ ਨੇ ਗੁਰੂ ਦੀ ਨਿੰਦਿਆ ਕੀਤੀ, ਜੇ ਕਤੀ ਸਿੰਘ, ਜਿਹੜੇ ਸਿੰਘ ਨੇ, ਸਿੰਘਾਂ ਦੀ ਜੇ ਕਿਤੇ ਕਤਲ ਹੋ ਜਾਂਦਾ, ਉਹਦੇ ਵਾਸਤੇ ਮੁਕਤਸਰ ਸਾਹਿਬ ਬੰਦ ਕਰਦੇ ਆ ਤੇ ਸ਼ਿਵ ਸੈਨਿਕ ਵਿਰੋਧ ਕਰਦੇ ਆ, ਫਿਰ ਉਹਦਾ ਹੱਕ ਲੈਣ ਵਾਸਤੇ ਫਿਰ ਆ ਲੁਬਾਣਿਆਂ ਵਾਲੀ ਤੋਂ ਅੱਗੇ ਬੱਸ ਨੂੰ ਰੋਕਿਆ ਜਾਂਦਾ ਹੈ। ਔਰ ਉਹਦੇ ਵਿੱਚ ਉਹਨਾਂ ਲੋਕਾਂ ਦਾ ਹੀ ਸੋਧਾ ਲਾਇਆ ਜਾਂਦਾ ਜਿਹੜੇ ਕਸੂਰਵਾਰ ਸੀ, ਯਾਦ ਰੱਖਿਓ। ਕਿਉਂਕਿ ਜੋ ਕੁਝ ਸਾਨੂੰ ਮਿਲਦਾ ਸਬੂਤ ਦੇ ਤੌਰ ਤੇ, ਅਖਬਾਰਾਂ 'ਚ ਜੋ ਮਰਜ਼ੀ ਛਾਪਿਆ ਹੋਵੇ ਉਹਨਾਂ ਨੇ, ਜੋ ਸਾਨੂੰ ਪਰਿਵਾਰ ਤੋਂ ਸੁਣਨ ਨੂੰ ਮਿਲਿਆ, ਜੋ ਉਹਨਾਂ ਦੇ ਇੱਥੋਂ ਸਿੱਖਾਂ ਵੱਲੋਂ ਰਿਸੋਰਸਿਸ ਮਿਲੇ ਆ, ਉੱਥੋਂ ਸਾਨੂੰ ਇਹ ਸਮਝ ਲੱਗਦੀ ਹੈ ਕਿ ਉੱਥੇ ਭਾਵੇਂ ਉਹਨਾਂ ਕੋਲ ਪੈਸੇ ਵੀ ਬਹੁਤ ਸੀ, ਪੈਸੇ ਖਿਲਰੇ ਰਹਿ ਗਏ, ਪਰ ਸਿੰਘਾਂ ਨੇ ਇੱਕੋ ਹੀ ਗੱਲ ਕਹੀ, ਸਾਨੂੰ ਪੈਸੇ ਨਹੀਂ ਚਾਹੀਦੇ, ਹੋਰ ਕਿਸੇ ਬੇਕਸੂਰ ਦੀ ਜਾਨ ਨਹੀਂ ਚਾਹੀਦੀ, ਸਿਰਫ ਕਸੂਰਵਾਰਾਂ ਦੇ ਸੋਧੇ ਲਾਏ ਗਏ। ਉਦੋਂ ਫਿਰ ਕਸੂਰਵਾਰਾਂ ਦੇ ਸੋਧੇ ਲਾਏ, ਭਾਈ ਵਰਿਆਮ ਸਿੰਘ ਜੀ ਨਾਲ ਸਿੰਘ ਹੋਰ ਸੀ। ਔਰ ਇਸ ਪ੍ਰਕਾਰ 1986 ਦੇ ਵਿੱਚ ਅਕਤੂਬਰ ਦੇ ਵਿੱਚ ਭਾਈ ਵਰਿਆਮ ਸਿੰਘ ਜੀ ਦੀ ਸ਼ਹੀਦੀ ਹੁੰਦੀ ਹੈ। ਪਰ ਦੇਖੋ, ਉਹ ਸੂਰਬੀਰ ਯੋਧੇ ਤਾਂ ਸ਼ਹੀਦ ਹੋ ਗਏ, ਪਰ ਗੱਲ ਇੱਥੇ ਨਹੀਂ ਮੁੱਕਦੀ, ਕਿਉਂਕਿ ਅਸੀਂ ਕੇਵਲ ਉਹਨਾਂ ਯੋਧਿਆਂ ਦੀ ਸ਼ਹੀਦੀ ਤੱਕ ਰੁਕ ਜਾਂਦੇ ਆ। ਮੈਂ ਪਰਿਵਾਰ ਦੀ ਇੰਟਰਵਿਊ ਸੁਣ ਰਿਹਾ ਸੀ ਕਿ ਉਸ ਤੋਂ ਬਾਅਦ ਜਿਹੜਾ ਪਰਿਵਾਰ ਤੇ ਤਸ਼ੱਦਦ ਕੀਤਾ ਜਾਂਦਾ, ਜਿਹੜਾ ਬੱਸ ਵਾਲਾ ਘਟਨਾਕ੍ਰਮ ਹੋਇਆ, ਉਹ ਮਾਰਚ ਦੇ ਵਿੱਚ ਹੋਇਆ। ਉਸ ਤੋਂ ਬਾਅਦ ਇਸ ਪਰਿਵਾਰ ਦਾ ਘਰ ਤੱਕ ਸਾੜਿਆ ਗਿਆ, ਘਰੋਂ ਬੇਘਰ ਕੀਤੇ ਗਏ। ਕਹਿੰਦੇ ਵੀ ਸਾਡੀਆਂ ਕਈ ਮੱਝਾਂ ਸੀ, ਮੱਝਾਂ ਛੱਡ ਦਿੱਤੀਆਂ, ਘਰ ਸਾੜ ਦਿੱਤਾ, ਮੋਟਰਾਂ ਤੋੜ ਦਿੱਤੀਆਂ, ਇਸ ਤਰ੍ਹਾਂ ਘਰੋਂ ਉਜਾੜਾ ਕਰ ਦਿੱਤਾ। ਫਿਰ ਪਰਿਵਾਰ ਤੇ ਤਸ਼ੱਦਦ ਕੀਤਾ, ਉਹ ਵੱਖਰਾ। ਔਰ ਇਹ ਇਸੇ ਕਰਕੇ ਮੈਂ ਬੇਨਤੀ ਕਰਦਾ ਵੀ ਉਹ ਕੁਰਬਾਨੀ ਕੇਵਲ ਤੇ ਕੇਵਲ ਉਹ ਇੱਕ ਸਿੰਘ ਦੀ ਨਹੀਂ ਹੁੰਦੀ, ਕੁਰਬਾਨੀ ਪੂਰੇ ਪਰਿਵਾਰ ਦੀ ਹੁੰਦੀ ਹੈ। ਕਿਉਂਕਿ ਜਦੋਂ ਕੋਈ ਯੋਧਾ ਇਸ ਲਾਈਨ ਦੇ ਵਿੱਚ ਤੁਰਦਾ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਵੀ ਇਸ ਲਾਈਨ 'ਚ ਤੁਰਦਾ, ਉਹ ਤਾਂ ਚਲੋ ਤੁਰਿਆ ਹੀ, ਉਹਨੇ ਤਾਂ ਸ਼ਹਾਦਤ ਦਾ ਜਾਮ ਪੀਤਾ ਹੀ, ਪਰ ਪਿੱਛੇ ਜੋ ਕੁਝ ਪਰਿਵਾਰ ਨੂੰ ਝੱਲਣਾ ਪੈਂਦਾ, ਉਹ ਗਾਥਾਵਾਂ ਵੀ ਸਾਨੂੰ ਭੁਲਾ ਨਹੀਂ ਦੇਣੀਆਂ ਚਾਹੀਦੀਆਂ। ਕਿੰਨੀਆਂ ਮਿਹਨਤਾਂ ਦੇ ਨਾਲ ਤੁਸੀਂ ਵੇਖੋ, ਡੱਕਾ ਡੱਕਾ ਜੋੜ ਕੇ ਘਰ ਪਾਇਆ ਜਾਂਦਾ। ਅਹਿਸਾਸ ਕਰਕੇ ਦੇਖੋ, ਸਾਡੇ ਛੋਟੇ ਜਿਹੇ ਕਮਰੇ ਨੂੰ ਵੀ ਅੱਗ ਲੱਗ ਜਾਵੇ, ਅਸੀਂ ਅੰਦਰੋਂ ਸਾਡੇ ਕੀ ਹਾਲਾਤ ਹੁੰਦੀ ਹੈ। ਕੁਰਬਾਨੀ ਇਸ ਪਰਿਵਾਰ ਦੀ ਅਸੀਂ ਭੁਲਾ ਨਹੀਂ ਸਕਦੇ। ਘਰ ਉਜਾੜ ਦਿੱਤਾ ਗਿਆ, ਘਰ ਢਾਹ ਦਿੱਤਾ ਗਿਆ, ਮੱਝਾਂ ਇਹਨਾਂ ਦੀਆਂ ਉਜਾੜ ਦਿੱਤੀਆਂ ਗਈਆਂ, ਜਿੰਨਾ ਵੀ ਇਹਨਾਂ ਦਾ ਕੰਮ ਧੰਦਾ ਸੀ ਸਾਰਾ ਉਜਾੜਿਆ ਗਿਆ। ਔਰ ਇਹ ਕੁਰਬਾਨੀ ਜਿਹੜੀ ਪਰਿਵਾਰ ਦੀ ਅਸੀਂ ਭੁਲਾ ਨਹੀਂ ਸਕਦੇ। ਇਸ ਕਰਕੇ ਜਿੱਥੋਂ ਮੈਂ ਹੁਣ ਗੱਲ ਸ਼ੁਰੂ ਕੀਤੀ ਸੀ, ਇੱਕ ਗੱਲ ਇਹ ਅਹਿਸਾਸ ਕਰਕੇ ਜਾਈਏ ਵੀ ਜਿਸ ਦੇਸ਼ ਦੇ ਵਿੱਚ ਸਾਡੇ ਹੋਏ ਗੁਰੂ ਦੀ ਬੇਅਦਬੀ ਦਾ ਇਨਸਾਫ ਨਾ ਮਿਲਦਾ ਹੋਵੇ, ਇਹ ਸਾਡੀ ਗੁਲਾਮੀ ਦੀ ਨਿਸ਼ਾਨੀ ਹੈ। ਸਿੱਖਾਂ ਦੀ ਹੋਈ ਨਸਲਕੁਸ਼ੀ ਦਾ ਕੋਈ ਇਨਸਾਫ ਨਹੀਂ, ਇਹ ਗੁਲਾਮੀ ਹੈ। ਸਿੱਖਾਂ ਦੇ ਘਰ ਉਜਾੜ ਦਿੱਤੇ ਜਾਣ ਤੇ ਕੋਈ ਅਤਾ ਪਤਾ ਹੀ ਨਹੀਂ ਕਿਸੇ ਨੂੰ, ਇਹ ਗੁਲਾਮੀ ਹੈ। ਇੱਥੋਂ ਦਾ ਮੀਡੀਆ ਸਰਕਾਰਾਂ ਦੀ ਬੋਲੀ ਬੋਲੇ,
ਠੀਕ ਹੈ, ਅੱਜ ਮਹਾਰਾਜ ਦੀ ਕਿਰਪਾ ਹੋਈ ਹੈ, ਇਹ ਸਿੱਖ ਮੀਡੀਆ ਚੱਲੇ ਹੈ, ਅੱਜ ਸਿੱਖਾਂ ਦੀ ਗੱਲ ਸਾਹਮਣੇ ਆਉਣ ਲੱਗੀ ਹੈ। ਤੇ ਭਾਈ ਜਗਮੀਤ ਸਿੰਘ ਖੱਪਿਆਂ ਵਾਲੀ ਬੈਠੇ ਹੈ, ਸਤਿਗੁਰਾਂ ਦੀ ਬੜੀ ਦਇਆ ਹੈ ਕਿ ਸਿੱਖਾਂ ਦੇ ਹੱਕਾਂ ਸੱਚਾਂ ਦੀ ਗੱਲ ਆਪਣੇ ਚੈਨਲਾਂ ਤੇ ਕਰਦੇ। ਅੱਜ ਤਾਂ ਮਹਾਰਾਜ ਨੇ ਬੜੀ ਕਿਰਪਾ ਕੀਤੀ। ਪਰ ਜੇ ਦੇਸ਼ ਦੇ ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰੀਏ, ਉਹ ਇਸ ਦੇਸ਼ ਦੀ ਬੋਲੀ ਬੋਲਦਾ, ਸੱਚ ਨਹੀਂ ਬੋਲਦਾ, ਜਿਹਨੂੰ ਅਸੀਂ ਗੋਦੀ ਮੀਡੀਆ ਵੀ ਕਹਿ ਦਿੰਦੇ ਹਾਂ। ਇਹ ਗੁਲਾਮੀ ਦੀਆਂ ਨਿਸ਼ਾਨੀਆਂ। ਇੱਕ ਤਾਂ ਅਸੀਂ ਅਹਿਸਾਸ ਕਰਕੇ ਜਾਣਾ ਵੀ ਇਸ ਦੇਸ਼ ਦੇ ਵਿੱਚ ਹਜੇ ਤੱਕ ਅਸੀਂ ਗੁਲਾਮ, ਆਜ਼ਾਦ ਨਹੀਂ। ਕੋਈ ਲੌਜਿਕ ਦੱਸੋ, ਕਿਹੜੇ ਢੰਗ ਨਾਲ ਅਸੀਂ ਆਜ਼ਾਦ ਹਾਂ? ਦੂਜੇ ਪਾਸੇ ਜਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 52 ਹੁਕਮਾਂ ਦੇ ਵਿੱਚੋਂ ਇਹ ਹੁਕਮ ਕੀਤਾ ਹੈ ਕਿ ਖਾਲਸਾ ਹਮੇਸ਼ਾ ਆਜ਼ਾਦ ਵਿਚਰਦਾ। ਆਜ਼ਾਦੀ ਨਾਲ ਵਿਚਰਨਾ ਸਾਡਾ ਫਰਜ਼ ਹੈ। ਇਸ ਕਰਕੇ ਜੇ ਅਹਿਸਾਸ ਹੋ ਗਿਆ ਕਿ ਅਸੀਂ ਗੁਲਾਮ ਆ, ਜਿਵੇਂ ਕਿਸੇ ਵਿਦਵਾਨ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦੇ ਤੁਸੀਂ ਗੁਲਾਮ ਨੂੰ ਗੁਲਾਮੀ ਦਾ ਅਹਿਸਾਸ ਕਰਾ ਦੇਵੋ, ਆਜ਼ਾਦੀ ਲਈ ਸੰਘਰਸ਼ ਉਹ ਖੁਦ ਕਰੇਗਾ। ਆਜ਼ਾਦੀ ਉਹਨੇ ਆਪੇ ਲੈ ਲੈਣੀ ਹੈ, ਗੁਲਾਮੀ ਦਾ ਅਹਿਸਾਸ ਤਾਂ ਹੋਵੇ। ਔਰ ਇਹੀ ਕੁਝ ਸਾਡੇ ਸੂਰਬੀਰ ਯੋਧਿਆਂ ਨੇ ਕੀਤਾ ਹੈ। ਬਾਬਾ ਜਰਨੈਲ ਸਿੰਘ ਵਰਗੇ ਸੰਤ ਸਿਪਾਹੀ ਨੇ ਪਹਿਲਾਂ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ, ਨਹੀਂ ਤਾਂ ਸਾਰੇ ਮੰਨੀ ਬੈਠੇ ਸੀ ਸਾਡਾ ਹੀ ਦੇਸ਼ ਆ ਜੀ, ਆਪਣਾ ਹੀ ਦੇਸ਼ ਆ। ਅੱਜ ਵੀ ਕਈ, ਮਾਫ ਕਰਿਓ, ਮੰਦਬੁੱਧੀ ਇਹੀ ਸੋਚੀ ਬੈਠੇ ਵੀ ਸਾਡਾ ਹੀ ਦੇਸ਼। ਪਰ ਸਾਡੇ ਸੂਰਬੀਰ ਯੋਧਿਆਂ ਨੇ ਅਹਿਸਾਸ ਕਰਾਇਆ ਅਸੀਂ ਗੁਲਾਮ ਆ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਵੀ ਖਾਲਸਾ ਹਮੇਸ਼ਾ ਆਜ਼ਾਦ ਵਿਚਰਦਾ ਹੈ। ਸਿੱਖ ਆਜ਼ਾਦ ਰਹਿਣ ਵਾਸਤੇ ਆਰੇ ਸਹਾਰ ਸਕਦਾ ਹੈ, ਰੰਬੀਆਂ ਸਹਾਰ ਸਕਦਾ। ਪਿੱਛੇ ਜੇ ਮੈਨੂੰ ਯਾਦ ਆ, ਪਿੱਛੇ ਜੇ ਮੈਂ ਗੁਰੂ ਕਾਂਸ਼ੀ ਯੂਨੀਵਰਸਿਟੀ ਲੈਕਚਰ ਕਰਨ ਗਿਆ ਤੇ ਕਿਸੇ ਨੌਜਵਾਨ ਨੇ ਸਵਾਲ ਕੀਤਾ, ਕਹਿੰਦੇ ਵੀ ਇੰਜ ਤਾਂ ਨੁਕਸਾਨ ਬੜਾ ਹੁੰਦਾ, ਨੁਕਸਾਨ ਬੜਾ ਹੋਇਆ। ਤੇ ਦਾਸ ਨੇ ਉਹਨਾਂ ਨੂੰ ਇੱਕ ਜਵਾਬ ਦਿੱਤਾ ਸੀ, ਤੁਸੀਂ ਸ਼ਾਇਦ ਜਾਣਦੇ ਹੋਵੋ, ਮੇਰੇ ਤੋਂ ਵਿਦਵਾਨ ਤੁਸੀਂ ਸੱਜਣ ਬੈਠੇ ਹੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਦੀ ਵਿਸਾਖੀ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਹੈ। 1699 ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ 3 ਜੰਗਾਂ ਹੁੰਦੀਆਂ ਤੇ 1699 ਤੋਂ ਲੈ ਕੇ 1708 ਤੱਕ ਥੋੜੀ ਜਿਹੇ ਸਮੇਂ ਦੇ ਵਿੱਚ ਹੀ 11 ਜੰਗਾਂ ਹੁੰਦੀਆਂ। ਪਹਿਲਾਂ ਸਿੱਖਾਂ ਦਾ ਕੋਈ ਯੁੱਧ ਨਹੀਂ ਹੁੰਦਾ, ਪਰ ਜਦੋਂ ਸਿੱਖ ਕਲਗੀਆਂ ਵਾਲੇ, ਫੌਜਾਂ ਵਾਲੇ, ਘੋੜਿਆਂ ਵਾਲੇ, ਤਾਜਾਂ ਵਾਲੇ, ਬਾਜਾਂ ਵਾਲੇ ਬਣ ਗਏ, ਉਦੋਂ ਫਿਰ 4 ਜੰਗਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਤੇ 14 ਜੰਗਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ। ਹੁਣ ਕੀ ਇਹਨੂੰ ਕਵਾਂਗੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਾਂ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਸ ਰਸਤੇ ਤੇ ਚਲਾ ਕੇ ਸਾਡਾ ਨੁਕਸਾਨ ਕਰਾਇਆ? ਫਰਕ ਪਤਾ ਕੀ ਹੈ ਸਾਧ ਸੰਗਤ, ਯਾਦ ਰੱਖਿਓ। ਘੱਲੂ ਘਾਰਿਆਂ ਦੇ ਵਿੱਚ ਕਿੰਨੇ ਧੜਾ ਸਿੱਖ ਸ਼ਹੀਦ ਕਰ ਦਿੱਤੇ ਜਾਂਦੇ ਸੀ, ਪਰ ਕਦੀ ਕੋਈ ਇਹ ਨਹੀਂ ਕਹਿੰਦਾ ਸੀ ਵੀ ਸਾਡੇ ਜਰਨੈਲਾਂ ਨੇ ਸਾਡਾ ਨੁਕਸਾਨ ਕਰਾਤਾ। ਉਦੋਂ ਕਦੀ ਇਹ ਗੱਲ ਨਹੀਂ ਕਹੀ ਜਾਂਦੀ ਸੀ। ਅੱਜ ਸਾਡਾ ਬ੍ਰੇਨ ਵਾਸ਼ ਇਸ ਹੱਦ ਤੱਕ ਕਰ ਦਿੱਤਾ ਗਿਆ, ਅਸੀਂ ਆਪਣੀ ਜਰਨੈਲਾਂ ਤੇ ਸਵਾਲ ਚੁੱਕ ਲੈਂਦੇ ਵੀ ਸਾਡਾ ਨੁਕਸਾਨ ਕਰਾਤਾ। ਤੁਹਾਨੂੰ ਪਤਾ ਹੋਵੇ ਕਿ ਇੱਕ ਹਿੰਦੂ ਵੀਰ ਦੀ ਧੀ ਨੂੰ ਚੁੱਕ ਕੇ ਲੈ ਗਿਆ ਕੋਈ ਸੱਜਣ, ਤੇ ਉਸ ਵਕਤ ਭਾਈ ਜੱਸਾ ਸਿੰਘ ਰਾਮਗੜੀਆ ਜੀ ਨੇ ਉਸ ਧੀ ਨੂੰ ਛਡਾਇਆ ਤੇ ਤਕਰੀਬਨ 700 ਸਿੰਘ ਸ਼ਹੀਦ ਹੋ ਜਾਂਦੇ ਨੇ ਇੱਕ ਧੀ ਨੂੰ ਛਡਾਉਣ ਵਾਸਤੇ। ਤੇ ਜੇ ਕੋਈ ਕਹਿ ਲਵੇ ਵੀ ਇਹ ਤਾਂ ਘਾਟੇ ਦਾ ਸੌਦਾ, ਇੱਕ ਧੀ ਨੂੰ ਬਚਾਉਣ ਵਾਸਤੇ 700 ਸਿੰਘਾਂ ਦੀ ਸ਼ਹੀਦੀ, ਇਹ ਤਾਂ ਨੁਕਸਾਨ ਹੈ। ਪਰ ਕੌਣ ਦੱਸੇ ਵੀ ਸਿੱਖ ਸਿਧਾਂਤ ਤੋਂ ਪਰੇ ਨਹੀਂ ਹਟਦੇ, ਭਾਵੇਂ ਲੱਖਾਂ ਸ਼ਹੀਦੀਆਂ ਹੋ ਜਾਣ, ਭਾਵੇਂ ਲੱਖਾਂ ਸ਼ਹੀਦੀਆਂ ਹੋ ਜਾਣ। ਮੈਂ ਫਤਿਹ ਬੁਲਾਉਣ ਵਾਲੇ ਪਾਸੇ ਆ ਰਿਹਾ। ਇਸ ਕਰਕੇ ਸਾਨੂੰ ਇਹ ਸਮਝਣਾ ਪੈਣਾ, ਇਹ ਨੁਕਸਾਨ ਨਹੀਂ ਹੁੰਦਾ ਸਾਧ ਸੰਗਤ। ਸ਼ਹੀਦੀਆਂ ਨੂੰ ਇਹਨਾਂ ਤਰਾਜ਼ੂਆਂ ਵਿੱਚ ਨਹੀਂ ਤੋਲਿਆ ਜਾ ਸਕਦਾ। ਇਹ ਗੁਰੂ ਘਰ ਦੀ ਬਖਸ਼ਿਸ਼ ਹੈ। ਗੁਰੂ ਤੋਂ ਬਾਅਦ ਜੇ ਸਭ ਤੋਂ ਵੱਡਾ ਕੋਈ ਰੁਤਬਾ ਹੈ ਨਾ, ਉਹ ਸ਼ਹੀਦਾਂ ਦਾ ਰੁਤਬਾ ਹੈ। ਗੁਰੂ ਤੋਂ ਬਾਅਦ ਜੇ ਕਿਸੇ ਨੂੰ ਪੂਜਿਆ ਜਾ ਸਕਦਾ, ਜੇ ਕਿਸੇ ਅੱਗੇ ਝੁਕਿਆ ਜਾ ਸਕਦਾ, ਉਹ ਸ਼ਹੀਦਾਂ ਅੱਗੇ ਝੁਕਿਆ ਜਾ ਸਕਦਾ। ਸਤਿਗੁਰੂ ਰਹਿਮਤ ਕਰਨ, ਅਸੀਂ ਸੁਚੇਤ ਹੋਈਏ ਔਰ ਇਹ ਗੱਲ ਯਾਦ ਰੱਖੀਏ, ਭਾਵੇਂ ਨਨਕਾਣਾ ਸਾਹਿਬ ਦਾ ਸਾਕਾ ਹੁੰਦਾ ਹੈ, ਘੱਲੂਘਾਰੇ ਹੁੰਦੇ ਆ, ਅਸੀਂ ਉਹਨਾਂ ਨੂੰ ਕਦੀ ਨੁਕਸਾਨ ਨਹੀਂ ਦੱਸਦੇ। ਕਿਉਂਕਿ ਜਿਸ ਹਕੂਮਤ ਦੇ ਅੰਡਰ ਉਹ ਵਾਰਦਾਤਾਂ ਹੋਈਆਂ, ਉਹ ਘੱਲੂਘਾਰੇ ਹੋਏ, ਅੱਜ ਉਹ ਹਕੂਮਤਾਂ ਨਹੀਂ ਰਹੀਆਂ। ਤੇ ਜਦੋਂ ਆਹ ਹਕੂਮਤ ਨਹੀਂ ਰਹੀ, ਇਸ ਹਕੂਮਤ ਤੋਂ ਵੀ ਅਸੀਂ ਆਜ਼ਾਦ ਹੋ ਗਏ, ਮੈਂ ਦਾਅਵੇ ਨਾਲ ਕਹਿੰਦਾ ਉਦੋਂ ਸਿੱਖ 1984 ਨੂੰ ਵੀ ਨੁਕਸਾਨ ਨਹੀਂ ਦੱਸਣਗੇ। ਅੱਜ ਅਸੀਂ ਕਿਉਂ ਦੱਸਦੇ ਹਾਂ? ਕਿਉਂਕਿ ਅੱਜ ਅਸੀਂ ਇਸ ਹਕੂਮਤ ਦੇ ਗੁਲਾਮ ਆ ਤੇ ਹਕੂਮਤ ਸਾਡਾ ਇਸ ਤਰ੍ਹਾਂ ਬ੍ਰੇਨ ਵਾਸ਼ ਕਰਦੀ ਪਈ ਹੈ। ਸਤਿਗੁਰੂ ਰਹਿਮਤ ਕਰਨ, ਵਿਚਾਰਾ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ਿੰਦ ਹਨ, ਬਖਸ਼ ਲੈਣ। ਅਸੀਂ ਸਤਿਗੁਰਾਂ ਦੇ ਚਰਨਾਂ ਤੇ ਅਰਦਾਸ ਕਰੀਏ, ਸਤਿਗੁਰੂ ਸਾਡੀ ਆਪਣੀ ਸਰਜ਼ਮੀਂ ਹੋਵੇ,
ਅਸੀਂ ਵੀ ਕਦੀ ਆਜ਼ਾਦ ਹੋਈਏ। ਤੁਸੀਂ ਰਹਿਮਤ ਕਰਿਓ, ਆਪਣੀ ਸਿੱਖੀ ਨਾਲ ਸਦਾ ਹੀ ਜੋੜੀ ਰੱਖੋ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਬੇਅੰਤ ਭੁੱਲਾਂ ਮਾਫ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।